ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਵਿਘਨ ਕੇ ਨਾਸਕ, ਵਿਘਨ ਕੇ ਨਾਸਕ। ਸ਼੍ਰੀ ਹਰਿਗੋਬਿੰਦ ਸੋਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬੋਰੀ, ਗੁਰ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਹਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦਾ ਵਾਰ ਵਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ, ਬੰਦੋ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਵੰਦਨਾ, ਸਿਰ ਚਰਨਨ ਪਰਤਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚਉਪਈ ਪ੍ਰੇਮੀ ਸਿੱਖ ਤਹਾਂ ਕੋ ਗਏ, ਦੇਖ ਵਾਰ ਬਿਲੋਕਤ ਭਏ। ਪ੍ਰੇਮੀ ਸਿੱਖ ਤਹਾਂ ਕੇ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਨ ਰਾਜ, ਭਾਨਨ ਭਾਨ, ਦੇਵਾਨ ਦੇਵ, ਉਪਮਾ ਮਹਾਨ, ਚੌਰ ਛਤਰ ਤਖਤ ਤੇ ਮਾਰਕ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰੂ ਪਾਤਸ਼ਾਹ ਜੀ ਨੇ ਤਰਸ ਕਰਕੇ, ਮਿਹਰਮਤ ਕਰਕੇ ਸਾਨੂੰ ਸਭਨਾਂ ਨੂੰ ਆਪਣੇ ਚਰਨਾਂ 'ਚ ਬੈਠਣ ਦੀਆਂ ਅਮੋਲਕ ਘੜੀਆਂ ਬਖਸ਼ੀਆਂ ਨੇ। ਆਪ ਜੀਆਂ ਨੇ ਗੁਰੂ ਕੇ ਕੀਰਤਨੀਆਂ ਸਿੰਘਾਂ ਪਾਸੋਂ ਸਤਿਗੁਰੂ ਪਾਤਸ਼ਾਹ ਜੀ ਦੀ ਰੱਬੀ ਬਾਣੀ ਦੇ ਅੰਮ੍ਰਿਤ ਕੀਰਤਨ ਨੂੰ ਸਰਵਣ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਸ਼ਬਦ ਗਾਇਨ ਹੋ ਰਿਹਾ ਸੀ, ਆਖਾ ਜੀਵਾ ਵਿਸਰੈ ਮਰ ਜਾਉ।
ਜਿਸ ਦੇ ਦਿਲ ਅੰਦਰ ਪਰਮੇਸ਼ਰ ਦੀ ਯਾਦ ਹੈ, ਉਸ ਦੇ ਦਿਲ ਅੰਦਰ ਰਹਿਮਤਾਂ ਜਿਹੜੀਆਂ ਬਖਸ਼ਿਸ਼ ਹੁੰਦੀਆਂ ਨੇ, ਗੁਰੂ ਨਾਨਕ ਸਾਹਿਬ ਜੀ ਦਰਸਾ ਰਹੇ ਸਨ। ਆਓ ਪਿਆਰਿਓ, ਸੁਰਤ ਨੂੰ ਟਿਕਾਈਏ। ਕੁਝ ਕੁ ਦਿਨਾਂ ਤੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਇਤਿਹਾਸ ਦੀ ਲੜੀ ਆਰੰਭ ਕੀਤੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਕਮਲਾਂ ਦਾ ਧਿਆਨ ਧਰੀਏ। ਭੱਟ ਸਾਹਿਬਾਨ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਦੀ ਨਿਰੰਜਨੀ ਜੋਤ ਜਿਹੜੀ ਹੈ, ਉਹ ਪਰਮੇਸ਼ਰ ਜੀ ਦੀ ਦਰਗਾਹ ਤੋਂ, ਸੱਚਖੰਡ ਤੋਂ ਇਸ ਦੁਨੀਆ 'ਚ ਆਈ। ਉਸ ਨਿਰੰਜਨੀ ਜੋਤ ਨੇ ਕਦੇ ਧੰਨ ਗੁਰੂ ਅੰਗਦ ਸਾਹਿਬ ਜੀ ਤੇ ਕਿਰਪਾ ਕਰਕੇ ਆਪਣਾ ਅੰਗ ਬਣਾ ਲਿਆ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਹੁਕਮ ਤੇ ਭਾਣਾ ਮੰਨਣ ਦੇ ਮੁਜੱਸਮੇ। ਉਹਨਾਂ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੁਰਗੱਦੀ ਦੀ ਦਾਤ ਬਖਸ਼ੀ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਨਾ ਮੁੱਕਣ ਵਾਲੀ, ਨਾ ਖਤਮ ਹੋਣ ਵਾਲੀ ਜਿਹੜੀ ਗੱਦੀ ਹੈ, ਇਹ ਚੌਰ ਛਤਰ ਹੈ, ਉਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਸੀਸ ਤੇ ਝੁਲਾਇਆ। ਜਿਹੜੇ ਧੰਨ ਗੁਰੂ ਰਾਮਦਾਸ ਮਹਾਰਾਜ ਲਾਹੌਰ ਦੀਆਂ ਗਲੀਆਂ ਵਿੱਚ ਕਦੇ ਘੁੰਗਣੀਆਂ ਵੇਚਦੇ ਹੁੰਦੇ ਸੀ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਉਹਨਾਂ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਉਸ ਸੀਸ ਦੇ ਉੱਤੇ ਸੋਨੇ ਦੇ ਜਿਹੜੇ ਛਤਰ ਆ ਉਹ ਝੁਲਾ ਕੇ ਰੱਖ ਦਿੱਤੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਹ ਅਟਲ ਪਦਵੀ ਬਖਸ਼ੀ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਰਾਜ ਬਖਸ਼ਿਆ। ਭੱਟ ਸਾਹਿਬਾਨ ਕਹਿੰਦੇ ਨੇ, ਆਪਣੀ ਸੁਰਤੀ ਨੂੰ ਟਿਕਾਓ ਗੁਰੂ ਕੇ ਪਿਆਰਿਓ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲ ਪਹਿਲੀ ਵਾਰੀ ਤੱਕਦੇ ਹਾਂ, ਉਹ ਨਿਰੰਜਨੀ ਜੋਤ ਗੁਰੂ ਨਾਨਕ ਸਾਹਿਬ ਜੀ ਦਾ ਝਲਕਾਰਾ ਪੈਂਦਾ ਹੈ। ਫੇਰ ਤੱਕਦੇ ਹਾਂ, ਭਾਣਾ ਮੰਨਣ ਦੇ ਮੁਜੱਸਮੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਹੁੰਦੇ ਆ। ਫੇਰ ਤੱਕਦੇ ਹਾਂ, ਨਿਮਰਤਾ, ਗਰੀਬੀ, ਹਲੇਮੀ ਦੇ ਪੁੰਜ ਗੁਰੂ ਅਮਰਦਾਸ ਜੀ ਦੇ ਦਰਸ਼ਨ ਹੁੰਦੇ ਆ। ਫੇਰ ਤੱਕਦੇ ਹਾਂ, ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਹੁੰਦੇ ਆ। ਜਦੋਂ ਫੇਰ ਪੰਜਵੀਂ ਵਾਰ ਤੱਕਦੇ ਆ ਤੇ ਅੰਮ੍ਰਿਤ ਦੇ ਖਜ਼ਾਨੇ, ਸ਼ਹੀਦਾਂ ਦੇ ਸਰਤਾਜ ਸੁਖਮਣੀ ਸਾਹਿਬ ਜੀ ਨੂੰ ਤੱਤੀ ਤਵੀ ਉੱਤੇ ਬੈਠ ਕੇ ਅਡੋਲ ਗਾਉਣ ਵਾਲੇ ਧੰਨ ਗੁਰੂ ਅਰਜਨ ਦੇਵ ਦੇ ਦਰਸ਼ਨ ਹੁੰਦੇ ਆ। ਜੋਤ ਰੂਪ ਆਰਾ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਤ ਭਇਓ ਤਤ ਸਿਉ ਤਤ ਮਿਲਾਇਓ। ਅੰਗਤ ਕਿਰਪਾ ਤਾਰ ਅਮਰ ਸਤਿਗੁਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ। ਗੁਰੂ ਰਾਮਦਾਸ ਦਰਸ਼ਨ ਪਰਸਨ ਕਹਿ ਮਥਰਾ ਅੰਮ੍ਰਿਤ ਬੈਣ, ਮੂਰਤ ਪੰਜ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋਂ ਨੈਣ। ਜਦੋਂ ਇਹਨਾਂ ਨੇਤਰਾਂ ਦੇ ਨਾਲ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਹੁੰਦੇ ਆ, ਕਦੇ ਗੁਰੂ ਨਾਨਕ ਵਾਲੀ ਝਲਕ, ਕਦੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ, ਕਦੇ ਗੁਰੂ ਅਮਰਦਾਸ ਜੀ ਦਾ ਸਿਰ ਤੇ ਹੱਥ, ਕਦੇ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਅੰਮ੍ਰਿਤ ਨੇਤਰਾਂ ਵਿੱਚੋਂ ਜਿਹੜਾ ਰਸ ਵਹਿ ਰਿਹਾ ਆ, ਉਹੀ ਰਸ, ਉਹੀ ਅੰਮ੍ਰਿਤ, ਉਹੀ ਨਿਰੰਜਨੀ ਜੋਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸੀਨੇ ਵਿੱਚ ਬਿਰਾਜ ਰਹੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਕੱਲ ਦੇ ਦੀਵਾਨ ਵਿੱਚ ਆਪਾਂ ਸਰਵਣ ਕੀਤਾ ਹੈ। ਜਹਾਂਗੀਰ ਦੇ ਦਰਬਾਰ ਵਿੱਚ ਮਹਾਰਾਜ ਜੀ ਗਏ ਆ, ਲਾਹੌਰ ਦੀ ਧਰਤੀ ਤੇ। ਜਹਾਂਗੀਰ ਨੇ ਸੱਚੇ ਪਾਤਸ਼ਾਹ ਜੀ ਨੂੰ ਇਹ ਗੱਲ ਆਖੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੇਰਾ ਨਾਮ ਲਿਖ ਦਿਓ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਇਹ ਲਿਖ ਦਿਓ ਕਿ ਜਦੋਂ ਇਹ ਗ੍ਰੰਥ ਸੰਪੂਰਨ ਹੋਇਆ ਸੀ, ਫਲਾਨਾ ਰਾਜਾ ਸੀ। ਉਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੱਜ ਕੇ ਇਹ ਗੱਲ ਆਖੀ ਸੀ, ਕਹੂ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਸਾਡੇ ਘਰ ਦੇ ਅੰਦਰ ਜਾਂ ਰੱਬ ਨੂੰ, ਜਾਂ ਗੁਰੂ ਨੂੰ, ਜਾਂ ਗੁਰਸਿੱਖ ਨੂੰ ਪਾਤਸ਼ਾਹ ਮੰਨਿਆ ਜਾਂਦਾ। ਇਹਨਾਂ ਤਿੰਨਾਂ ਬਿਨਾਂ ਸਭ ਦੁਨੀਆ ਭਿਖਾਰੀ ਹੈ। ਫਿਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਨਾ ਮੰਨੇ, ਉਸ ਵੇਲੇ ਚੰਦੂ ਨੇ ਆਖਿਆ ਜਹਾਂਗੀਰ ਨੂੰ ਕਿ ਬਾਦਸ਼ਾਹ ਸਲਾਮਤ, ਮੈਂ ਇਹਨਾਂ ਨੂੰ ਆਪਣੇ ਘਰ ਲੈ ਕੇ ਜਾਂਦਾ ਹਾਂ। ਜੇ ਖੁਸ਼ੀ ਨਾਲ ਮੰਨ ਜਾਣ ਤਾਂ ਮੈਂ ਖੁਸ਼ੀ ਨਾਲ ਮਨਾਵਾਂਗਾ, ਨਹੀਂ ਤਾਂ ਇਹੋ ਜਿਹੇ ਤਸੀਹੇ ਦੇਵਾਂਗਾ ਜਿਨ੍ਹਾਂ ਤਸੀਹਾਂ ਨੂੰ ਕਹਿ ਕੇ ਜ਼ੁਬਾਨ ਜਿਹੜੀ, ਦਿਲ ਜਿਹੜਾ ਕੰਬ ਉੱਠੇਗਾ, ਉਹ ਤਸੀਹੇ ਮੈਂ ਇਹਨਾਂ ਨੂੰ ਦਿਆਂਗਾ ਜਿਨ੍ਹਾਂ ਦੇ ਨਾਲ ਇਹ ਆਪ ਜੀ ਦੀ ਈਨ ਮੰਨ ਜਾਣਗੇ। ਉਸ ਵੇਲੇ ਜਹਾਂਗੀਰ ਨੇ ਹਾਂ ਕਰ ਦਿੱਤੀ। ਮੁਰਤਜ਼ਾ ਖਾਨ ਅਤੇ ਚੰਦੂ ਦੀ ਅਗਵਾਈ ਥੱਲੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਚੰਦੂ ਦੇ ਹਵਾਲੇ ਕੀਤਾ ਜਾਂਦਾ ਹੈ। ਚੰਦੂ ਆਪਣੀ ਹਵੇਲੀ ਵਿੱਚ ਸੱਚੇ ਪਾਤਸ਼ਾਹ ਜੀ ਨੂੰ ਲੈ ਗਿਆ ਹੈ। ਗੁਰੂ ਕੇ ਪਿਆਰਿਓ, ਬਹੁਤ ਕਰੜੇ ਤੇ ਸਖਤ ਬਚਨ ਬੋਲੇ ਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੂੰ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਅਡੋਲ ਬੈਠੇ, ਇਹਦੀ ਈਨ ਨਹੀਂ ਮੰਨੀ, ਉਸ ਵੇਲੇ ਆਪਣੇ ਸਿਪਾਹੀਆਂ ਨੂੰ ਆਖਿਆ
ਧੰਨ ਗੁਰੂ ਅਰਜਨ ਦੇਵ ਜੀ ਨੂੰ ਪਕੜ ਕੇ ਹਵੇਲੀ ਦੇ ਐਨ ਵਿਚਕਾਰ ਬਿਠਾਓ, ਜਿਸ ਥਾਂ ਦੇ ਉੱਤੇ ਕੜਕਵੀਂ ਜਿਹੜੀ ਹੈ ਜੇਠ ਹਾੜ ਦੀ ਧੁੱਪ ਪੈਂਦੀ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਕਹਿੰਦਾ ਆ, ਤੁਹਾਨੂੰ ਕੁਝ ਖਾਣ ਨੂੰ ਨਹੀਂ ਦੇਣਾ, ਤੁਹਾਨੂੰ ਕੁਝ ਪੀਣ ਨੂੰ ਨਹੀਂ ਦੇਣਾ, ਤੁਹਾਨੂੰ ਅਸੀਂ ਆਰਾਮ ਨਹੀਂ ਕਰਨ ਦੇਣਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਪਰਮੇਸ਼ਰ ਦੇ ਹੁਕਮ ਦੇ ਵਿੱਚ ਅਸੀਂ ਅਡੋਲ ਬੈਠੇ ਰਵਾਂਗੇ। ਤੂੰ ਪਾਪੀਆ ਆਪਣੇ ਮਨ ਆਈਆਂ ਜਿਤਨੀ ਮਰਜ਼ੀ ਕਰ, ਪਰ ਅਸੀਂ ਆਪਣੇ ਦੀਨ ਤੋਂ, ਅਸੀਂ ਧਰਮ ਤੋਂ, ਅਸੀਂ ਸੱਚ ਹੱਕ ਤੋਂ ਕਦੇ ਮੁੜਨਾ ਨਹੀਂ। ਸੋ ਗੁਰੂ ਕੇ ਪਿਆਰਿਓ, ਕੱਲ ਦੇ ਦੀਵਾਨ ਵਿੱਚ ਸਰਵਣ ਕੀਤਾ ਹੈ, ਸ਼ਾਂਤੀ ਦੇ ਪੁੰਜ ਦੁਨੀਆ ਦੇ ਲੋਕੋ, ਕਦੇ ਆਪਣੇ ਸੀਨੇ ਉੱਤੇ ਹੱਥ ਰੱਖ ਕੇ ਇਸ ਸੀਨ ਨੂੰ ਅੰਦਰੋਂ ਦੇਖੋ। ਜਿਸ ਗੁਰੂ ਅਰਜਨ ਦੇਵ ਜੀ ਦੇ ਅੱਗੇ ਅੱਜ ਅਸੀਂ ਮੱਥਾ ਟੇਕਿਆ ਨਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ, ਉਹ ਗੁਰੂ ਅਰਜਨ ਦੇਵ ਜੀ ਅੱਜ ਲਾਹੌਰ ਵਿੱਚ ਜੇਠ ਹਾੜ ਦੀ ਧੁੱਪ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਇਹ ਕੜਕਦੀ ਹੋਈ ਧੁੱਪ ਦੇ ਵਿੱਚ ਬਾਹਰ ਬਿਠਾਲਿਆ ਜਾ ਰਿਹਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਅਡੋਲ ਚੌਂਕੜਾ ਮਾਰ ਕੇ ਤੇ ਕਹਿ ਰਹੇ ਨੇ, ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸ਼ਲ ਸਮਾਨਾ। ਜੋ ਮੇਰਾ ਮਿੱਤਰ ਪਰਮਾਤਮਾ ਕਰਦਾ ਮੇਰੇ ਵਾਸਤੇ ਮਿੱਠਾ ਹੀ ਹੈ, ਭਾਵੇਂ ਹਰਮੰਦਰ ਸਾਹਿਬ ਦੇ ਇਹ ਤਵੀਆਂ ਤਪਦੀਆਂ ਹੋਣ, ਤਤੀਆਂ ਲੋਹਾਂ ਵਿੱਚ ਚੌਂਕੜਾ ਮਾਰਨਾ ਪਵੇ, ਮੇਰੇ ਵਾਸਤੇ ਉਹ ਖੁਸ਼ੀ ਹੈ। ਪਿਆਰਿਓ, ਬੜੀ ਵੱਡੀ ਅਵਸਥਾ ਜੀ। ਇਹ ਕੇਵਲ ਕਹਿਣ ਮਾਤਰ ਨਹੀਂ, ਇਹ ਬਹੁਤ ਉੱਚੀ ਅਵਸਥਾ। ਧੰਨ ਗੁਰੂ ਅਰਜਨ ਦੇਵ ਸਾਹਿਬ, ਧੰਨ ਗੁਰੂ ਅਰਜਨ ਦੇਵ। ਸੱਚੀ ਗੱਲ ਹੈ, ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਣੀ 'ਚ ਲਿਖਿਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਵਾਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਇਸ ਤਰ੍ਹਾਂ ਲੱਗਦਾ ਹੈ, ਮੈਂ ਬੇਨਤੀ ਕਰਾਂ, ਜਿਵੇਂ ਤੱਤੀ ਤਵੀ ਉੱਤੇ ਅਡੋਲ ਚੌਂਕੜਾ ਮਾਰ ਕੇ ਗੁਰੂ ਅਰਜਨ ਦੇਵ ਜੀ ਬ੍ਰਹਮ ਗਿਆਨੀ ਵਾਲੀ ਅਸ਼ਟਪਦੀ ਦੇ ਅਰਥ ਕਰਦੇ ਹੋਣ। ਗੁਰਬਾਣੀ ਦੇ ਅਰਥ ਟੀਕਿਆਂ ਵਿੱਚ ਨਹੀਂ ਲਿਖੇ ਜਾਂਦੇ, ਗੁਰਬਾਣੀ ਦੇ ਅਰਥ ਗੁਰੂ ਸਾਹਿਬ ਅਤੇ ਉਹਨਾਂ ਦੇ ਸਿੱਖਾਂ ਦੇ ਜੀਵਨ ਵਿੱਚ ਲਿਖੇ ਜਾਂਦੇ। If you want to see the definition of Gurmani, do not look in dictionaries. Look at the life of Dhan Guru Arjan Dev Sahib Ji Maharaj. When Guru Arjan Dev Ji is sitting there, we said in yesterday's Diwan, Chandu has taken Guru Arjan Dev Ji to his house. He has started torturing the Guru. He makes the Guru sit in the middle of his haveli, in the middle of his house. The midday sun in India, it's not like it is here 31 degrees, 32, imagine 37 degrees C. I don't know how much that is in Fahrenheit, but you can imagine from today if it's 31 outside. Imagine how hot it is in India right now. People even now in India are dying of heat stroke. Imagine sitting there in the middle of the sun. The 5-6, Pai Langa ji, Pai Pirana ji, Pai Peda ji, Baba Bidhi Chand ji, these 5-6 adhik, they've been taken and they have been tied up in the gateway. 5 ਸਿੱਖਾਂ ਨੂੰ ਰੱਸੀਆਂ ਦੇ ਵਿੱਚ ਨੂੜਿਆ ਗਿਆ ਹੈ ਤੇ ਉਹ 5 ਗੁਰੂ ਕੇ ਸਿੱਖ ਦਿਉੜੀ ਦੇ ਵਿੱਚ ਬਾਣੀ ਪੜ੍ਹਦੇ ਪਏ ਆ। ਉਧਰੋਂ ਗੁਰੂ ਕੇ ਪਿਆਰਿਓ, ਲਾਹੌਰ ਦੀਆਂ ਸੰਗਤਾਂ ਨੂੰ ਪਤਾ ਲੱਗਦਾ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਤਸੀਹ ਦੇ ਰਿਹਾ ਹੈ ਚੰਦੂ। ਗੁਰੂ ਕੀਆਂ ਸੰਗਤਾਂ ਜਿਹੜੀਆਂ ਆ ਉਹ ਗੁਰੂ ਸਾਹਿਬ ਜੀ ਦੀ ਭਾੜ ਕਰਦੀਆਂ ਹੋਈਆਂ ਭੱਜਦੇ ਹੋਏ ਚੰਦੂ ਦੇ ਘਰ ਦੇ ਸਾਹਮਣੇ ਪਹੁੰਚਦੇ ਆ। ਉਸ ਵੇਲੇ ਸੰਧਿਆ ਦਾ ਵੇਲਾ ਸੀ। ਹੁਣ ਦਾ ਟਾਈਮ, ਜਿਸ ਟਾਈਮ ਤੇ ਆਪ ਜੀ ਬੈਠੇ ਹੋ, the time you are sitting here today, this is the time that the Sikhs found out Guru Arjan Dev Ji was in the house of Chandu. They ran to the house of Chandu. ਇਹ ਵੇਲਾ ਸੀ ਜਿਸ ਵੇਲੇ ਆਪ ਜੀ ਬੈਠੇ ਹੋ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਲੱਭਦੇ ਹੋਏ ਸਿੱਖ ਚੰਦੂ ਦੇ ਘਰ ਪਹੁੰਚਦੇ ਆ। ਜੋ ਚੰਦੂ ਦੇ ਘਰ ਦੇ ਅੰਦਰ ਪਿਆਰਿਓ ਤਸੀਹੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਅਤੇ ਸਿੱਖਾਂ ਨੂੰ ਦੇ ਜਾਂਦੇ ਆ, ਉਹ ਅੱਜ ਨਿਮਰਤਾ ਦੇ ਨਾਲ, ਸਤਿਕਾਰ ਦੇ ਨਾਲ ਦਿਲ ਦੇ ਦਰਵਾਜ਼ੇ ਖੋਲ ਕੇ ਸੁਰਤੀਆਂ ਨੂੰ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਕਮਲਾਂ ਉੱਤੇ ਟਿਕਾ ਕੇ ਪਿਆਰ ਸਤਿਕਾਰ ਨਾਲ ਸਰਵਣ ਕਰਨਾ ਕਰੀਏ ਜੀ। ਜੋ ਪਈ ਪ੍ਰੇਮੀ ਸਿੱਖ ਤਹਾਂ ਕੋ ਗਏ। ਸਿੱਖਾਂ ਦੇ ਅੰਦਰ ਪਿਆਰ ਭਰਿਆ ਪਿਆ ਸੀ। ਕਦੋਂ ਦਰਸ਼ਨ ਹੋਣਗੇ ਗੁਰੂ ਅਰਜਨ ਦੇਵ ਜੀ ਦੇ? ਚੰਦੂ ਦੇ ਘਰ ਦੇ ਸਾਹਮਣੇ ਪਹੁੰਚ ਜਾਂਦੇ ਆ। The Sikhs of Lahore find out ਧੰਨ ਗੁਰੂ ਅਰਜਨ ਦੇਵ ਜੀ is being held prisoner in the house of Chandu. They come and travel to Chandu's house. ਹਾਂਜੀ, ਇੱਕ ਵਾਰ ਵਿਲੋਕਤ ਭਏ। ਜਦੋਂ ਵੇਖਿਆ ਸਿੱਖਾਂ ਨੇ ਤੇ ਬਹੁਤ ਵੱਡੇ ਜਿਹੜੇ ਇਹ ਦਰਵਾਜ਼ੇ ਸੀ ਜਿਨ੍ਹਾਂ ਦੇ ਵਿੱਚ ਲੋਹੇ ਦੀਆਂ ਕਿੱਲਾਂ ਸਨ ਤੇ ਬੜੇ ਮਜ਼ਬੂਤ ਲੱਕੜ ਦੇ ਬਣੇ ਹੋਏ ਸੀ। ਇਹ ਦੋਵੇਂ ਬਾਹਰਲੇ ਦਰਵਾਜ਼ੇ ਜਿਹੜੇ ਹਵੇਲੀ ਦੇ ਐਨ ਬੰਦ ਕੀਤੇ ਹੋਏ ਸੀ, ਇਹਨਾਂ ਨੂੰ ਤਾੜੇ ਲੱਗੇ ਹੋਏ ਸੀ, ਜਿੰਦੇ ਲੱਗੇ ਹੋਏ ਸੀ। When the Sikhs see the doors in front of Chandu's house, big 10-foot high doors that are made out of lakkad, made out of solid wood, solid oak,
and through them there are metal nails going through. ਉਸ ਵੇਲੇ ਸਿੱਖਾਂ ਨੇ ਦੇਖਿਆ ਕਿ ਚੰਦੂ ਦੇ ਘਰ ਦੇ ਦਰਵਾਜ਼ੇ ਬੰਦ ਹਨ। ਅੰਤਰ ਸਿੱਖ ਪੜਤ ਇੱਕ ਬਾਣੀ। ਪਰ ਗੁਰੂ ਕੇ ਪਿਆਰਿਓ, ਜਿਵੇਂ ਗੁਲਾਬ ਦੇ ਫੁੱਲਾਂ ਦੀ ਮਹਿਕ ਜਿਹੜੀ ਆ, ਭਾਵੇਂ 10 ਫੁੱਟ ਭਾਵੇਂ 15 ਫੁੱਟ ਦੀ ਦੀਵਾਰ ਹੋਵੇ, ਪਰ ਗੁਲਾਬ ਦੇ ਫੁੱਲਾਂ ਦੀ ਮਹਿਕ ਉਹਨਾਂ ਨੂੰ ਚੀਰ ਕੇ ਬਾਹਰ ਨਿਕਲ ਆਉਂਦੀ ਹੈ। ਇਵੇਂ ਧੰਨ ਗੁਰੂ ਅਰਜਨ ਦੇਵ ਜੀ ਦੇ ਪਿਆਰ ਦੇ ਵਿੱਚ 5 ਸਿੱਖ, ਜਿਹੜੇ 5 ਸਿੱਖ ਬੈਠੇ ਸੀ ਨਾ, ਉਹਨਾਂ 5 ਵਿੱਚੋਂ ਇੱਕ ਸਿੱਖ ਰਹਿਰਾਸ ਦਾ ਪਾਠ ਕਰਦਾ ਸੀ, ਬਾਕੀ 4 ਸਿੱਖ ਬੈਠ ਕੇ ਨਿਤਨੇਮ ਸੁਣਦੇ ਸੀ। ਧੰਨ ਨੇ ਸਿੱਖ ਜਿਹੜੇ ਕੈਦਾਂ ਵਿੱਚ ਬੈਠ ਕੇ ਵੀ ਨਿਤਨੇਮ ਕਰਦੇ ਆ। ਉਹ ਸਿੱਖ ਅੱਜ ਕੱਲ੍ਹ ਮਖਮਲੀ ਗੱਦੇ ਉੱਤੇ ਬੈਠ ਕੇ ਵੀ ਨਿਤਨੇਮ ਨਹੀਂ ਕਰਦਾ। ਧੰਨ ਹੋ ਸਿੱਖੋ, ਧੰਨ ਹੋ, ਧੰਨ ਹੋ, ਤੁਹਾਡੀ ਚਰਨ ਧੂੜੀ ਮਿਲੇ ਸਾਨੂੰ, ਸਾਡੇ ਪਾਪੀਆਂ ਦਾ ਵੀ ਉਧਾਰ ਹੋ ਜਾਏ। ਤੁਸੀਂ ਜੇਲ੍ਹਾਂ ਵਿੱਚ ਬੈਠ ਕੇ, ਕੈਦ ਵਿੱਚ ਬੈਠ ਕੇ ਵੀ ਪਰਮਾਤਮਾ ਨੂੰ ਨਹੀਂ ਭੁਲਾਇਆ। ਸਿੱਖ ਹੋਵੇ ਤਾਂ ਇਹੋ ਜਿਹਾ ਹੋਵੇ। Imagine those Sikhs, they can't see inside but they can hear that someone is reading that same ਬਾਣੀ। ਜਿਸ ਬਾਣੀ ਦਾ ਕੀਰਤਨ ਤੁਸੀਂ ਸੁਣਿਆ ਨਾ, ਹੁਣ ਆਖਾਂ ਜੀਵਾਂ ਵਿਸਰੈ ਮਰ ਜਾਉ। ਚੰਦੂ, ਤੂੰ ਸਾਨੂੰ ਕਹਿ ਰਿਹਾ ਆ ਕਿ ਮੌਤ ਦੇ ਨਾਲ ਡਰਾ ਧਮਕਾ ਲਵਾਂਗਾ, ਤੁਹਾਨੂੰ ਆਪਣੀ ਈਨ ਮਨਾਵਾਂਗਾ। ਸਿੱਖ ਬਾਣੀ ਪੜ੍ਹ ਕੇ ਕਹਿ ਰਹੇ ਸੀ, ਸੱਚੀ ਗੱਲ ਹੈ, ਜਦੋਂ ਤੱਕ ਪਰਮੇਸ਼ਰ ਦਾ ਨਾਮ ਹੈ ਸਾਡੀ ਜ਼ੁਬਾਨ ਤੇ, ਸਰੀਰ ਦੀ ਮੌਤ ਹੋ ਸਕਦੀ ਹੈ, ਪਰ ਸੱਚੀ ਗੱਲ ਹੈ ਜੇ ਰੱਬ ਦਾ ਨਾਂ ਸਾਡੀ ਜ਼ੁਬਾਨ ਤੇ ਆ ਤੇ ਆਤਮਿਕ ਮੌਤ ਕਦੇ ਨਹੀਂ ਮਰ ਸਕਦੀ। ਇਹ ਗੁਰੂ ਕੇ ਸਿੱਖ ਕਹਿ ਰਹੇ ਸੀ, ਸਾਨੂੰ ਕੋਈ ਮਾਰ ਮੁਕਾ ਨਹੀਂ ਸਕਦਾ। ਪ੍ਰੇਮ ਭਾਵਨਾ ਨਾਲ ਦੇਖੀਏ, ਜਿਹੜਾ ਸ਼ਬਦ ਹੁਣ ਸੁਣਿਆ ਨਾ, ਉਹ ਕੈਦ ਦੇ ਵਿੱਚ ਕੜਕਦੀ ਹੋਈ ਧੁੱਪ ਦੇ ਵਿੱਚ ਵੀ ਸਿੱਖਾਂ ਦੀ ਜ਼ੁਬਾਨ ਤੇ ਸੀ। That same shabad you just heard now, the Sikhs were standing outside the doors. They couldn't see the Sikhs inside, they couldn't see Guru Sahib, but they could hear the Sikhs inside reading Rairas. That same Gurbani that you do not want to put on your tongue, I'm speaking to myself as well. Even when sitting on our beds and sitting on our sofas, that same Gurbani that we don't read, when the Sikhs were sitting there on the burning hot sand, all around, imagine the sweat dripping down their foreheads as they are tied up. They cannot move. But even then, one Sikh is reading Bani out loud, the other 4 Sikhs are listening. ਉਸ ਵੇਲੇ ਸਿੱਖਾਂ ਨੇ ਬਾਣੀ ਸੁਣੀ, ਰਹਿਰਾਸ ਸਾਹਿਬ ਜੀ ਦਾ ਪਾਠ ਸੁਣਿਆ, ਤੇ ਬਾਹਰ ਜਿਹੜੇ ਪ੍ਰੇਮੀ ਸਿੱਖ ਆ, ਉਹ ਕਹਿੰਦੇ ਕਿ ਇਸ ਘਰ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਤੇ ਸਿੱਖ ਸੱਚਮੁੱਚ ਜਿਹੜੇ ਆ, ਉਹਨਾਂ ਉੱਤੇ ਤਸੀਹੇ ਦਿੱਤੇ ਜਾ ਰਹੇ ਨੇ। ਗੁਰ ਇਹ ਠਾਂ ਹੈ ਤਬ ਸੁਧ ਜਾਣੀ। ਉਸ ਵੇਲੇ ਸਿੱਖਾਂ ਨੇ ਆਖਿਆ, ਜਿੱਥੋਂ ਬਾਣੀ ਦੀ ਆਵਾਜ਼ ਆਵੇਗੀ ਉੱਥੇ ਗੁਰੂ ਅਰਜਨ ਦੇਵ ਜੀ ਜ਼ਰੂਰ ਜਾਣਗੇ। ਹੁਣ ਅਸੀਂ ਆਪਣੇ ਘਰਾਂ ਅੰਦਰ ਵੇਖੀਏ, ਜੇ ਸਾਡੇ ਘਰ ਅੰਦਰ ਬਾਣੀ ਦੀ ਆਵਾਜ਼ ਆ ਰਹੀ ਹੈ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਘਰ ਵਿੱਚ ਪਹਿਰਾ ਦੇ ਰਹੇ ਆ, ਉਸ ਘਰ ਦੇ ਵਿੱਚ ਬਿਰਾਜ ਰਹੇ ਆ। ਤੇ ਸਿੱਖਾ, ਜੇ ਤੇਰੇ ਘਰ ਦੇ ਵਿੱਚੋਂ ਕੇਵਲ ਟੀਵੀ ਤੇ ਹੋਰ ਚੀਜ਼ਾਂ ਦੀ ਆਵਾਜ਼ ਆ ਰਹੀ ਹੈ ਤੇ ਉਸ ਘਰ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਨਹੀਂ ਹੋਵੇ। ਚੰਦੂ ਦੇ ਘਰ ਦੇ ਵਿੱਚੋਂ ਬਾਣੀ ਦੀਆਂ ਆਵਾਜ਼ਾਂ ਆ ਰਹੀਆਂ, ਦੁਸ਼ਟ ਦੇ ਘਰ ਵਿੱਚੋਂ, ਤੇ ਸਿੱਖਾਂ ਨੂੰ ਪਤਾ ਲੱਗ ਗਿਆ ਇਸ ਘਰ ਦੇ ਅੰਦਰ ਗੁਰੂ ਅਰਜਨ ਦੇਵ ਜੀ ਬਹਿ ਰਹੇ। When they hear Gurbani being sung, they realize ਗੁਰੂ ਅਰਜਨ ਦੇਵ ਜੀ ਇਸੇ ਚੰਦੂ ਦੇ ਗ੍ਰਹਿ ਵਿੱਚ ਹਨ। ਝਿਰਕਣ ਕਰਹਿ ਸਿਪਾਹੀ ਤੌਣ। ਜਦੋਂ ਸਿਪਾਹੀਆਂ ਨੇ ਇਹਨਾਂ ਸਿੱਖਾਂ ਨੂੰ ਰਹਿਰਾਸ ਕਰਦੇ ਵੇਖਿਆ, ਜਿਹੜੇ 5 ਸਿੱਖ ਸੀ ਮਹਾਰਾਜ ਦੇ ਨਾਲ, ਸਿਪਾਹੀ ਉਹਨਾਂ ਨੂੰ ਝਿੜਕਦੇ ਜਾ ਰਿਹਾ, ਪਰ ਸਿੱਖ ਬਾਣੀ ਪੜ੍ਹਦੇ ਜਾ ਰਹੇ ਹਨ। ਕਿਆ ਤੂੰ ਭਕਹਿ ਬੈਠ ਧਰ ਮੌਨ। ਤੁਸੀਂ ਕੀ ਬੋਲੀ ਜਾਂਦੇ ਹੋ, ਚੁੱਪ ਕਰਕੇ ਬੈਠ ਜਾਓ, ਨਹੀਂ ਤਾਂ ਅਸੀਂ ਤੁਹਾਨੂੰ ਡਾਂਗਾ ਅਤੇ ਸੋਟਿਆਂ ਦੇ ਨਾਲ, ਇਹਨਾਂ ਕਿਰਪਾਨਾਂ ਦੇ ਨਾਲ ਤੁਹਾਨੂੰ ਮਾਰਾਂਗੇ। ਚੁੱਪ ਕਰ ਜਾਓ। ਇਹ ਵਾਰ-ਵਾਰ ਕਹਿ ਰਹੇ ਆ। ਸਿਪਾਹੀ ਜਿਹੜੇ ਆ ਆਪਣੀਆਂ ਡਾਂਗਾ ਨਾਲ ਵੀ ਸਿੱਖਾਂ ਨੂੰ ਕੁੱਟ ਰਹੇ ਆ, ਪਰ ਗੁਰੂ ਕੇ ਸਿੱਖਾਂ ਦੀ ਜ਼ੁਬਾਨ ਚੋਂ ਫਿਰ ਵੀ ਰਹਿਰਾਸ ਸਾਹਿਬ ਜੀ ਦੀ ਬਾਣੀ ਜਿਹੜੀ ਆ ਉਹ ਉੱਚੀ ਉੱਚੀ ਸਿੱਖ ਪੜ੍ਹੀ ਜਾ ਰਿਹਾ। ਕਾਹੇ ਰੇ ਮਨ ਚਿਤਵੈ ਉਦਮ ਜਾ ਆਰ ਹਰ ਜਿਉ ਭਰਿਆ, ਸੈਲ ਪੱਥਰ ਮੈਂ ਜੰਤ ਕੋ ਪਾਏ ਤਾਕਾ ਰਿਜਕ ਆਗੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਗੁਰਬਾਣੀ ਦੀ ਆਵਾਜ਼ ਜਿਹੜੀ ਆ ਉਹ ਅਸਮਾਨਾਂ ਨੂੰ ਛੂ ਰਹੀ ਹੈ। ਇਹ ਸਿਪਾਹੀ ਝਿੜਕਦੇ ਜਾ ਰਹੇ ਆ। The soldiers are shouting at the Sikhs. They are saying that we will hit you, we will beat you, we will beat you black and blue. Give up reading what you are reading. ਪਰ ਗੁਰੂ ਕੇ ਸਿੱਖ ਫਿਰ ਵੀ ਬਾਣੀ ਦਾ ਪੱਲਾ ਨਹੀਂ ਛੱਡਦੇ। ਵਹਿਰ ਖਰੇ ਭਿਖ ਦੀਏ ਹਟਾਈ। ਬਾਹਰ ਜਿਹੜੇ ਸਿੱਖ ਖੜੇ ਸੀ ਨਾ, ਉਹਨਾਂ ਦੇ ਨੇਤਰਾਂ ਵਿੱਚ ਨੀਰ ਆ ਗਿਆ। ਉਹ ਸੁਣਦੇ ਪਏ ਆ ਕਿ ਸਿੱਖਾਂ ਨੂੰ ਅੰਦਰ ਬੜੀ ਬੁਰੀ ਤਰ੍ਹਾਂ ਇਹ ਮੰਦੇ ਸ਼ਬਦ ਬੋਲਦੇ ਆ, ਕੁੱਟ ਰਿਹਾ ਸਿਪਾਹੀ।
ਤੇ ਜਦੋਂ ਬਾਹਰ ਦੇਖਿਆ ਸਿਪਾਹੀਆਂ ਨੇ ਕਿ ਬਾਹਰ ਭੀੜ ਹੋ ਰਹੀ ਆ, ਉਹਨਾਂ ਸਿੱਖਾਂ ਨੂੰ ਵੀ ਇਹਨਾਂ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਹੈ। ਖੜੇ ਨਾ ਹੋ ਜਹਾਂ ਨਿਜ ਥਾਈ, ਖੜੇ ਨਾ ਹੋ, ਆਪਾ ਆਪਣੇ ਘਰਾਂ ਨੂੰ ਦੌੜ ਜਾਓ। ਇਸ ਤਰ੍ਹਾਂ ਸਿਪਾਹੀ ਕਹਿੰਦੇ ਆ। The Sipahis, the soldiers, see people gathering outside. They tell them, go back to your homes. ਇੱਥੇ ਖੜੇ ਨਾ ਹੋ। ਡਰੇ ਦੁਸ਼ਟ ਤੋਂ ਟਰ ਕਰ ਗਏ। ਉਸ ਵੇਲੇ ਸਿਪਾਹੀ ਬਾਹਰ ਆ ਗਏ। ਇਹਨਾਂ ਨੂੰ ਡਾਂਗਾ ਦੇ ਨਾਲ, ਸੋਟਿਆਂ ਨਾਲ ਹਟਾਉਣਾ ਕੀਤਾ ਹੈ। ਸਿੱਖ ਜਿਹੜੇ ਆ ਉਹ ਆਪੋ ਆਪਣੇ ਘਰਾਂ ਨੂੰ ਪਿੱਛੇ ਹਟਦੇ ਜਾ ਰਹੇ ਆ। The people who are the guards, they have swords, they have sticks. They are beating the Sikhs back. ਸਿੱਖ ਜਿਹੜੇ ਆ ਉਹ ਪਿੱਛੇ ਨੂੰ ਹਟਦੇ ਹਨ। ਸੁਧ ਆਪਸ ਮਹਿ ਕਰਤੇ ਭਏ, ਪਰ ਆਪਸ ਵਿੱਚ ਗੱਲਾਂ ਕਰਦੇ ਜਾ ਰਹੇ ਹਨ। ਬਹੁਤ ਬੇਸੂਰਤ ਚਲਹਿ ਨਾ ਚਾਰਾ। ਸਿੱਖਾਂ ਦੇ ਨੇਤਰਾਂ ਵਿੱਚੋਂ ਨੀਰ ਚੱਲਦਾ ਆ। ਉਹਨਾਂ ਦੀ ਸੁੱਧ ਬੁੱਧ ਭੁੱਲ ਗਈ ਹੈ। ਕਹਿੰਦੇ ਕੋਈ ਚਾਰਾ ਨਹੀਂ ਚੱਲਦਾ। ਇਸ ਘਰ ਦੇ ਅੰਦਰ ਗੁਰੂ ਅਰਜਨ ਦੇਵ ਆ, ਪਰ ਸਾਡੇ ਭਾਗ ਮੰਦਿਆ ਦਰਸ਼ਨ ਨਹੀਂ ਹੋ ਰਹੇ। ਗੁਰੂ ਅਰਜਨ ਦੇਵ ਜੀ ਤੱਕ ਪਹੁੰਚ ਨਹੀਂ ਸਕਦੇ। ਪਤਾ ਨਹੀਂ ਅੰਦਰ ਕਿਹੜੇ ਕਿਹੜੇ ਤਸੀਹੇ ਚੰਦੂ ਦੇ ਰਿਹਾ ਆ। ਇਸ ਤਰ੍ਹਾਂ ਦਾ ਭਿਆਨਕ ਮਾਹੌਲ ਹੈ ਬਾਹਰ। ਸਿੱਖ ਜਿਹੜੇ ਆ ਉਹ ਬੜੇ ਝੂਰਦੇ ਆ। ਕਹਿੰਦੇ ਹੁਣ ਕੁਝ ਚੱਲ ਨਹੀਂ ਸਕਦਾ, ਸਾਡੇ ਹੱਥਾਂ ਵਿੱਚ ਕੋਈ ਤਾਕਤ ਨਹੀਂ ਹੈ। ਭੈ ਦੇਖ ਰਹੇ ਨਾ ਊਚ ਉਚਾਰਾ। ਸਿੱਖ ਜਿਹੜੇ ਆਪਸ ਵਿੱਚ ਬੜੀ ਹੌਲੀ ਹੌਲੀ ਗੱਲ ਕਰਦੇ ਆ, ਕਿਤੇ ਕੋਈ ਸੁਣ ਨਾ ਲੈ ਸਾਡੀਆਂ ਗੱਲਾਂ ਨੂੰ। ਹੁਣ ਚੰਦੂ ਗਮਨਿਓ ਗੁਰਤੀਰ। ਫਿਰ ਚੰਦੂ ਪਾਪੀ ਜਿਹੜਾ ਉਹ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਆਇਆ ਹੈ। The Sikhs, they go back to their homes. They are crying, we cannot do anything. Imagine, you know that between you and between your guru who is being executed, who is being tortured, there is only a wall, but you cannot do anything. Imagine standing there outside that door. Imagine looking at the door and saying, I'm standing here, but mere hathan ch kuch nahi. Sikh ਜਿਹੜੇ ਆ ਲਾਚਾਰ ਹੋ ਕੇ ਚਲੇ ਜਾਂਦੇ ਆ। ਚੰਦੂ ਪਾਪੀ ਜਿਹੜਾ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਆਉਂਦਾ ਆ। Chandu now comes back in front of Guru Arjan Dev Ji. ਨਿਠਰ ਸੁਨਾਏ ਕਰਿਓ ਚਹ ਭੀੜ। ਬਹੁਤ ਜਿਹੜਾ ਮੰਦੇ ਬਚਨ ਬੋਲਦਾ ਆ, ਬਹੁਤ ਭੈੜੇ ਬਚਨ ਬੋਲਦਾ ਗੁਰੂ ਅਰਜਨ ਦੇਵ ਜੀ ਨੂੰ, ਤੇ ਚਾਹੁੰਦਾ ਆ ਕਿ ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਡਰਾ ਦੇਵਾਂ। ਪਰ ਇਹਨੂੰ ਇਹ ਨਹੀਂ ਪਤਾ, ਗੁਰੂ ਅਰਜਨ ਦੇਵ ਜੀ ਤਾਂ ਕਹਿੰਦੇ ਨਿਰਭਉ ਜਪੈ ਸਗਲ ਭਉ ਮਿਟੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਨਿਰਭਉ ਨੂੰ ਜਪਿਆ ਜਿਹਨੂੰ ਜਪਦਿਆਂ ਜਪਦਿਆਂ ਸਾਰੇ ਭੈ ਖਤਮ ਹੋ ਜਾਂਦੇ ਹਨ। ਅਬ ਵੀ ਮਾਨ ਸੁਤਾ ਕੋ ਨਾਤਾ। ਹੁਣ ਵੀ ਕਹਿੰਦਾ ਆ ਚੰਦੂ ਪਾਪੀ ਕਿ ਹੁਣ ਵੀ ਮੰਨ ਜਾਓ, ਹੁਣ ਵੀ ਜਹਾਂਗੀਰ ਦੇ ਨਾਮ ਨੂੰ ਗੁਰੂ ਗ੍ਰੰਥ ਸਾਹਿਬ 'ਚ ਲਿਖ ਲਓ, ਹੁਣ ਵੀ ਤੁਸੀਂ ਮੁਹੰਮਦ ਸਾਹਿਬ ਦੀ ਸਿਫਤ ਲਿਖ ਲਓ, ਹੁਣ ਵੀ ਤੁਸੀਂ ਜੋ ਖੁਸਰੋ ਨੂੰ ਪਨਾਹ ਦਿੱਤੀ ਆ ਉਹਦਾ ਪਛਤਾਤਾਪ ਕਰ ਲਓ, ਹੁਣ ਵੀ ਮੇਰੀ ਬੇਟੀ ਦਾ ਜਿਹੜਾ ਨਾਤਾ ਉਹ ਕਬੂਲ ਕਰ ਲਓ, ਹੁਣ ਵੀ ਸਾਡੀ ਈਨ ਮੰਨ ਜੋ ਆਪਣੇ ਧਰਮ ਨੂੰ ਛੱਡ ਦਿਓ। ਨਾਹੇ ਤਾਂ ਪ੍ਰਾਨ ਹੋਣਗੇ ਘਾਤਾ। ਜੇ ਇਹਨਾਂ ਗੱਲਾਂ ਨੂੰ ਨਾ ਮੰਨਿਆ ਫਿਰ ਤੁਹਾਨੂੰ ਕੋ ਕੇ ਸ਼ਹੀਦ ਕੀਤਾ ਜਾਵੇਗਾ। Chandu is shouting in the face of Dhan Guru Arjan Dev Ji, saying, if you do not give up your faith, if you do not write the name of Jahangir in Guru Granth Sahib, if you do not accept the engagement of my daughter, then I am going to kill you in the most horrible ways that you can think of. Hanji ਜੀਵਤ ਨਹਿ ਤਿਆਗੋ ਅਬ ਤੋਹੀ। ਹੁਣ ਤੁਹਾਨੂੰ ਅਸੀਂ ਜਿਉਂਦਿਆਂ ਨਹੀਂ ਛੱਡਣਾ, ਚੰਦੂ ਪਾਪੀ ਕਹਿ ਰਿਹਾ ਹੈ। ਬਹੁ ਦਿਨ ਕੀ ਚਿੰਤਾ ਲਗ ਮੋਹੀ। ਬੜੇ ਦਿਨਾਂ ਤੋਂ ਮੈਨੂੰ ਚਿੰਤਾ ਲੱਗ ਰਹੀ ਹੈ, ਚੰਦੂ ਕਹਿ ਰਿਹਾ। ਦਿਓ ਕਸ਼ਟ ਪਤ ਸਭ ਕੋ ਖੋਹੀ। ਤੁਸੀਂ ਮੈਨੂੰ ਬੜਾ ਦੁੱਖ ਦਿੱਤਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਹਿ ਰਿਹਾ ਆ, ਮੇਰੀ ਲੜਕੀ ਦਾ ਜਿਹੜਾ ਨਾਤਾ ਹੈ, ਰਿਸ਼ਤਾ, ਉਹ ਨਾ ਕਬੂਲ ਕਰਕੇ ਮੈਨੂੰ ਬਹੁਤ ਜ਼ਿਆਦਾ ਦੁੱਖ ਦਿੱਤਾ ਹੈ। ਅਬਲੋ ਤਰਾਸ ਭਇਓ ਨਹਿ ਕੋਈ। ਹੁਣ ਤੁਹਾਨੂੰ ਇਹੋ ਜੀ ਮੈਂ ਤਰਾਸ ਦੇਣਾ, ਹਜੇ ਤੱਕ ਕੋਈ ਵੀ ਇੰਨਾ ਸਖਤ ਤਸੀਹਾ ਨਹੀਂ ਦਿੱਤਾ, ਮੈਂ ਬਹੁਤ ਜ਼ਿਆਦਾ ਕਰੜਿਆਈ ਕਰਾਂਗਾ। Now Chandu is saying, I have only made you sit outside in the midday sun. I will do many more horrible things. ਹਾਂਜੀ ਆਨਹੁ ਅਗਨਿਤ ਪਾਪ ਹਨੀਰ। ਉਸ ਵੇਲੇ ਉਹਨੇ ਆਪਣੇ ਨੌਕਰਾਂ ਨੂੰ ਕਿਹਾ, ਉਸ ਵੇਲੇ ਆਪਣੇ ਚਾਕਰਾਂ ਨੂੰ ਕਿਹਾ ਕਿ ਲਿਆਓ ਬਈ ਪਾਣੀ ਲੈ ਕੇ ਆਓ, ਉੱਬਲਦੀ ਹੋਈ ਦੇਗਾ ਲੈ ਕੇ ਆਓ, ਵੱਡਾ ਸਾਰਾ ਪਤੀਲਾ ਜਿਹਨੂੰ ਦੇਗਾ ਕਿਹਾ ਜਾਂਦਾ ਆ, ਦੇਗਾ ਲੈ ਕੇ ਆਓ, ਉਹਨੂੰ ਪਾਣੀ ਨਾਲ ਭਰੋ। ਇਹ ਸਭ ਤੋਂ ਪਹਿਲਾਂ ਤਸੀਹਾ ਜਿਹੜਾ ਦਿੱਤਾ ਗਿਆ ਸੀ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਧੁੱਪ ਦੇ ਵਿੱਚ ਬਿਠਾ ਲੈਣਾ, ਜੇਠ ਹਾੜ ਦੇ ਮਹੀਨੇ 'ਚ। ਇਹ ਦੂਸਰਾ ਤਸੀਹਾ ਹੁਣੇ ਦੇ ਰਿਹਾ ਆ, ਜੋ ਗੁਰੂ didn't just sit on burning hot plates. We don't even know how our guru was shaheed. We learn 2 stories, we think that's it. Look at how much history there is inside Gur Pratap. Not just Gur Pratap, Mehma Prakash Granth.
not just Mehma Prakash Granth, Mehma Prakash Vartak, 2 types of Mehma Prakash. Then on top of that, how many other historical sources are there? But we hear one story, we say that's enough. If your father died today, wouldn't you want to know every single detail of how your father died? Or would you say that's enough, he's dead, that's it? How would you feel? Would you not want to write down every single thing that happened? Every last thing he said? Every person he spoke to, wouldn't you want to write that down? I'd want to write it down. That is why we are going through this katha today. So we know every single of the things that happened. Pyareo, keval tatti lo nahi. ਪਹਿਲਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਾਹਰ ਤਪਦੀ ਹੋਈ ਧੁੱਪ ਵਿੱਚ ਬਿਠਾੜਿਆ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਦੇਗਾ ਉਬਾਲਿਆ ਜਾਂਦਾ ਆ, ਦੇਗੇ ਤੋਂ ਬਾਅਦ ਫਿਰ ਰੇਤੇ ਉੱਤੇ ਬਿਠਾੜਿਆ ਜਾਂਦਾ ਆ, ਰੇਤੇ ਤੋਂ ਬਾਅਦ ਫਿਰ ਤੱਤੀ ਲੋਹ ਨੇ ਹੋਣਾ ਹੈ। ਇਤਨੇ ਤਸੀਹੇ 5 ਦਿਨ ਤਸੀਹੇ ਹੋਣਗੇ, 5 days of torture। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਅਡੋਲ ਬੈਠੇ ਆ ਤੇ ਚੰਦੂ ਕਹਿ ਰਿਹਾ ਆਪਣੇ ਨੌਕਰਾਂ ਨੂੰ, ਨੌਕਰੋ ਵੱਡਾ ਦੇਗਾ ਲਿਆਓ, ਵਿੱਚ ਪਾਣੀ ਪਾਓ ਤੇ ਉਸ ਪਾਣੀ ਨੂੰ ਥੱਲਿਓਂ ਤੁਸੀਂ ਗਰਮ ਕਰੋ। stop boiling water in a big dega, a big patila. This big, they call it a dega, made out of metal, which you could put someone inside. Fill it up with water, light matches underneath and make sure the water is boiling. ਹਾਂਜੀ बीच बिठावहो तपह शरीर। ਕਹਿੰਦੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇਸ ਦੇਗੇ ਦੇ ਵਿੱਚ ਬਿਠਾਲਣਾ ਕਰੋ। ਨੌਕਰਾਂ ਨੂੰ ਹੁਣ ਇਹਨੇ ਆਰਡਰ ਦੇ ਦਿੱਤਾ ਹੈ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਵਿੱਚ ਬਿਠਾਲਣਾ ਕਰੋ ਦੇਗੇ ਦੇ। ਮੈਂ ਜਿਮ ਤਪਤਿਓ ਦਿਨ ਔਰ ਰਾਤੀ। ਜਿਵੇਂ ਮੈਂ ਤਪਦਾ ਰਹਿੰਦਾ ਹਾਂ ਦਿਨ ਰਾਤ। ਮਹਾ ਕਸ਼ਟ ਤੇ ਸੁਲਗਤ ਛਾਤੀ। ਬਹੁਤ ਜ਼ਿਆਦਾ ਦੁੱਖ ਮੈਨੂੰ ਮਿਲਦਾ ਹੈ ਤੇ ਮੇਰੀ ਛਾਤੀ ਜਿਹੜੀ ਆ ਉਹ ਹਰ ਵੇਲੇ ਦੁੱਖ ਦੇ ਨਾਲ ਮੈਂ ਹਾਏ ਹਾਏ ਕਰਦਾ ਆ। ਪਰ ਇਹਨੂੰ ਇਹ ਨਹੀਂ ਪਤਾ ਤੇਰੀ ਛਾਤੀ ਈਰਖਾ ਕਰਕੇ ਜਿਹੜੀ ਆ ਉਹਨੂੰ ਅੱਗ ਲੱਗੀ ਪਈ ਹੈ, ਤੇਰੇ ਅੰਦਰ ਨੂੰ ਹੰਕਾਰ ਕਰਕੇ ਅੱਗ ਲੱਗੀ ਪਈ ਹੈ, ਤੇਰੇ ਅੰਦਰ ਕ੍ਰੋਧ ਕਰਕੇ ਅੱਗ ਲੱਗੀ ਪਈ ਹੈ। ਪਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਸ਼ਾਂਤੀ ਦੇ ਪਹੁੰਚਿਆ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਹਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਲੱਖਾਂ ਵਾਰੀ ਤਪਾਉਣ ਦੀ ਕੋਸ਼ਿਸ਼ ਕਰੋ ਚੰਦੂ। ਸੱਚੀ ਗੱਲ ਹੈ ਤੇਰੇ ਅੰਦਰ ਦੀ ਅੱਗ ਨੂੰ ਨਾ ਚੰਦਰਮਾ ਦੀ ਜਿਹੜੀ ਰੋਸ਼ਨੀ ਬੁਝਾ ਸਕਦੀ ਆ, ਨਾ ਚੰਦਨ ਦਾ ਲੇਪਨ ਬੁਝਾ ਸਕਦਾ ਆ, ਨਾ ਸਿਆਲ ਦੀ ਰੁੱਤ ਬੁਝਾ ਸਕਦੀ ਆ। ਪਰ ਇੱਕ ਗੱਲ ਯਾਦ ਰੱਖੀ ਚੰਦੂ ਪਾਪੀਆ, ਜੇ ਤੇਰੇ ਅੰਦਰ ਦੀ ਅੱਗ ਨੂੰ ਕੋਈ ਬੁਝਾ ਨਹੀਂ ਸਕਦਾ ਤੇ ਗੁਰੂ ਅਰਜਨ ਦੇਵ ਜੀ ਦੇ ਠੰਡੇ ਸੀਨੇ ਨੂੰ ਅੱਜ ਤੱਕ ਕੋਈ ਜੰਮਿਆ ਨਹੀਂ ਜਿਹੜਾ ਤਪਾ ਸਕਦਾ। ਤੈਨੂੰ ਕੋਈ ਠੰਡ ਨਹੀਂ ਦੇ ਸਕਦਾ, ਸਾਨੂੰ ਕੋਈ ਤਪਾ ਨਹੀਂ ਸਕਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਆ, ਗੁਰੂ ਅਰਜਨ ਦੇਵ ਜੀ says, ਚੰਦੂ ਪਾਪੀ, your inside is burning because of hate, because of ego, because of jealousy. Your inside is burning because you are a sinner full of sins. Nothing can give your inside peace. Nothing can put out the fire inside you. But ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ says, doesn't matter how many fires you burn around me, whether you put me in boiling hot water, whether you put me outside in the midday sun. Guru Arjan Dev Ji Maharaj says, no one is born who can boil my inside. My inside is still cool and at peace. ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪਾਪੀਆ ਤੈਨੂੰ ਕੋਈ ਠੰਡ ਨਹੀਂ ਦੇ ਸਕਦਾ ਤੇ ਸਾਨੂੰ ਕੋਈ ਤਪਾ ਨਹੀਂ ਸਕਦਾ। ਤਿਮ ਤਪਤਾਵੋ ਬਿਲਮ ਨਾ ਲਾਵੋ। ਕਹਿੰਦਾ ਗੁਰੂ ਸਾਹਿਬ ਜੀ ਨੂੰ ਉਸ ਤਰ੍ਹਾਂ ਤਪਾਓ ਜਿਵੇਂ ਮੈਂ ਤਪਦਾ ਹਾਂ। ਨਾਹੇ ਤਲੇ ਨਾ ਤਾਮਨ ਵਾਵੋ। ਨਹੀਂ ਤਾਂ ਗੁਰੂ ਅਰਜਨ ਦੇਵ ਜੀ ਮੇਰੀ ਧੀ ਦਾ ਜਿਹੜਾ ਸਾਕ ਹੈ ਉਹ ਤੁਸੀਂ ਕਬੂਲ ਕਰਨਾ ਕਰੋ। ਸੁਣੀ ਦੁਸ਼ਟ ਕੀ ਆਇਸ ਜਬੈ। ਉਸ ਵੇਲੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਪਾਪੀ ਦੇ ਬਚਨ ਸੁਣੇ, ਮਹਾਰਾਜ ਜੀ ਨੇ ਫਿਰ ਉਸ ਵੇਲੇ ਬਚਨ ਉਚਾਰਨ ਕੀਤੇ ਹਨ। ਜਲ ਭਰ ਦੇਗ ਚੜਾਏ ਸਤਵੈ। ਉਸ ਵੇਲੇ ਮਹਾਰਾਜ ਜੀ ਨੇ ਇਹਦੇ ਬਚਨ ਸੁਣੇ ਤੇ ਸਾਹਮਣੇ ਗੁਰੂ ਕੇ ਪਿਆਰਿਓ ਦੇਗਾ ਲਿਆਂਦਾ ਗਿਆ ਆ। ਗੁਰੂ ਅਰਜਨ ਦੇਵ ਜੀ ਦੇ ਨੇਤਰਾਂ ਦੇ ਸਾਹਮਣੇ ਉਸ ਦੇਗੇ ਨੂੰ ਰੱਖ ਕੇ ਤੇ ਥੱਲੇ ਅੱਗ ਬਾੜੀ ਜਾਂਦੀ ਆ। In front of Guru Arjan Dev Ji Maharaj, the big dega is put down now where they're going to boil Guru Sahib. They fill it to the brim with boiling water. They have lit the fire underneath. Now the steam is rising up from that dega into the sky. ਉਸ ਦੇਗੇ ਦੀ ਭਾਫ ਜਿਹੜੀ ਹੈ ਅਸਮਾਨਾਂ ਨੂੰ ਛੂੰਹਦੀ ਹੈ। ਸਮਦਾ ਬਾਰ ਬਾਰ ਤਪਤਾਇਓ। ਬਾਰ ਬਾਰ ਜਿਹੜੀ ਲੱਕੜੀ ਆ ਉਹ ਥੱਲੇ ਦੇ ਕੇ ਬਾਲਣ ਥੱਲੇ ਦੇ ਕੇ ਇਸ ਅੱਗ ਦੀਆਂ ਲਾਟਾਂ ਨੂੰ ਹੋਰ ਉੱਚੀਆਂ ਕਰਦੇ ਆ। ਚੰਦੂ ਕਹਿੰਦਾ ਹੋਰ ਇਹਨੂੰ ਅੱਗ ਦਿਓ, ਹੋਰ ਸੇਕ ਦਿਓ। ਇਹ ਹੋਰ ਬਾਲਣ ਪਾਉਂਦੇ ਆ।
ਅੱਗ ਦੀਆਂ ਲਾਟਾਂ ਜਿਹੜੀਆਂ ਉਹ ਉੱਚੀਆਂ ਉੱਠਦੀਆਂ ਜਾਂਦੀਆਂ ਨੇ। The flames, they are flickering all the way around the ਪਤੀਲਾ, all the way around the ਦੇਗਾ, rising upwards। ਚੰਦੂ ਕਹਿ ਰਿਹਾ ਹੋਰ ਇਹਨੂੰ ਸੇਕ ਕਰੋ ਗਰਮ, ਹੋਰ ਇਹਨੂੰ ਗਰਮ ਕਰੋ। ਬਾਰ ਬਾਰ ਲਿਹਮਾਨ ਸੁਣਾਇਓ, ਬਾਰ ਬਾਰ ਕਹਿ ਰਿਹਾ ਮੰਨ ਜੋ ਸਾਡੀ ਗੱਲ, ਆਪਣੇ ਧਰਮ ਨੂੰ ਛੱਡ ਦਿਓ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਬਦਲ ਦਿਓ, ਜਾਂ ਮੇਰੀ ਧੀ ਦਾ ਸਾਕ ਪ੍ਰਵਾਨ ਕਰ ਲਓ। ਇਹ ਵਾਰ-ਵਾਰ ਪਾਪੀ ਕਹਿ ਰਿਹਾ, again and again they're telling the Guru, give up your Bani, change the words of Shri Guru Granth Sahib, go against the command of the Sangat and accept the engagement of my daughter। ਵਾਰ-ਵਾਰ ਇਹ ਪਾਪੀ ਡਲਾਉਣ ਦੀ ਕੋਸ਼ਿਸ਼ ਕਰਦਾ ਹੈ ਸੱਚੇ ਪਾਤਸ਼ਾਹ ਜੀ ਨੂੰ। ਕਹਿਓ ਬਾਕ ਹਮਕੋ ਡਰ ਪਾਵੇਂ। ਉਸ ਵੇਲੇ ਮਹਾਰਾਜ ਨੇ ਆਖਿਆ ਪਾਪੀਆ ਤੂੰ ਇਹ ਮੰਦੇ ਬਚਨ ਬੋਲ ਕੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਿਉਂ ਕਰਦਾ ਹੈ। ਜਿਮ ਪੂਰਬ ਤਿਮ ਹੀ ਬਨ ਆਵੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜੋ ਮਰਦ ਹੁੰਦਾ ਆ ਉਹ ਆਪਣੇ ਬਚਨਾਂ ਦਾ, ਆਪਣੇ ਕੌਲ ਕਰਾਰਾਂ ਦਾ ਪੱਕਾ ਰਹਿੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਮੂ ਮਰਦ ਪਾਇਦ ਸੁਖਨ ਸੁਖ ਨਵਰ, ਕਹਿੰਦੇ ਨੇ ਕਿ ਮਰਦ ਉਹ ਹੁੰਦਾ ਆ ਜਿਹਦੀ ਜ਼ੁਬਾਨ ਤੇ ਜਿਹਦਾ ਢਿੱਡ ਇੱਕ ਹੋਵੇ। ਮਰਦ ਦੀ ਨਿਸ਼ਾਨੀ ਇਹ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਰੱਤੇ ਸਹੀ ਜੇ ਮੁਖ ਨਾ ਮੁੜਨ। ਪਿਆਰ ਗੁਰੂ ਦੇ ਨਾਲ ਕੇਵਲ ਗੱਲਾਂ ਨਾਲ ਨਹੀਂ ਕੀਤਾ ਜਾਂਦਾ। ਮੈਂ ਬੇਨਤੀ ਕਰਾਂ ਸੰਗਤ ਜੀ, ਪਿਆਰ ਉਦੋਂ ਪਰਖਿਆ ਜਾਂਦਾ ਆ ਜਦੋਂ ਔਖੀ ਘੜੀ ਬੰਦੇ ਦੇ ਸਿਰ ਤੇ ਹੁੰਦੀ। ਕਿ ਔਖੀ ਘੜੀ ਵੇਲੇ ਵੀ ਸੁਖਮਨੀ ਦਾ ਗੁਟਕਾ ਤੇਰੇ ਹੱਥ ਵਿੱਚ ਆਉਂਦਾ? ਕਿ ਔਖੀ ਘੜੀ ਵੇਲੇ ਵੀ ਤੂੰ ਗੁਰੂ ਨਾਨਕ ਦੇ ਅੱਗੇ ਅਰਦਾਸ ਕਰਦਾ ਹੈ? ਕਿ ਔਖੀ ਘੜੀ ਵੇਲੇ ਵੀ ਤੂੰ ਗੁਰੂ ਅਰਜਨ ਦੇਵ ਜੀ ਦਾ ਧਿਆਨ ਧਰਦਾ ਆ? ਸੁੱਖ ਵੇਲੇ ਬੜੇ ਮਿੱਤਰ ਹੁੰਦੇ ਨੇ ਬੰਦੇ ਦੇ, ਔਖੇ ਵੇਲੇ ਕੋਈ ਨਾਲ ਨਹੀਂ ਟੁਕਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸਾਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲਿਆ ਅਸੀਂ ਆਪਣਾ ਬਚਨਾਂ ਦੇ ਉੱਤੇ ਦ੍ਰਿੜ ਹਾਂ। ਨਹੀਂ ਤਬ ਦੋਹਿਤਾ ਲੇਕ ਅਬਨਾਤਾ। ਮਹਾਰਾਜ ਜੀ ਕਹਿੰਦੇ ਨੇ ਕਦੇ ਵੀ ਰਿਸ਼ਤਾ ਪ੍ਰਵਾਨ ਨਹੀਂ ਹੋਵੇਗਾ ਜਿਹਨੂੰ ਸੰਗਤ ਨੇ ਠੁਕਰਾਇਆ ਹੈ। ਜਿਤ ਜੇ ਚਹਿਤ ਪ੍ਰਾਨ ਕਰ ਘਾਤਾ। ਕਹਿੰਦੇ ਜੇ ਤੈਨੂੰ ਚੰਗਾ ਲੱਗਦਾ ਆ, ਜੇ ਤੇਰੇ ਮਨ ਨੂੰ ਇਹ ਗੱਲ ਪਾਉਂਦੀ ਹੈ ਤੇ ਭਾਵੇਂ ਸਾਨੂੰ ਸ਼ਹੀਦ ਕਰ ਦੇ, ਪਰ ਅਸੀਂ ਆਪਣੇ ਸਿਦਕ ਤੋਂ ਡੋਲਣਾ ਨਹੀਂ ਹੈ। ਮਹਾਰਾਜ says you might kill me but you will never take away my ਸਿੱਖੀ, you will never take away my words। ਹਾਂਜੀ, ਜਿੱਤੀ ਅਵਗਿਆ ਕਰੈਂ ਦਿਖਾਵੇਂ। ਜਿਤਨੀ ਵੱਡੀ ਅਵਗਿਆ ਕਰਦਾ ਹੈ ਨਾ, ਜਿੰਨਾ ਤੂੰ ਸਾਨੂੰ ਦੁੱਖ ਦਿੰਦਾ ਹੈ, ਤੋ ਅੰਤ ਦੁੱਖ ਲਹਿ ਪਛਤਾਵੇਂ, ਉਤਨਾ ਤੈਨੂੰ ਅੰਤ ਵੇਲੇ ਜਿਹੜਾ ਦੁੱਖ ਮਿਲੇਗਾ ਉਹ ਚੰਦੂ ਪਾਪੀਆ। ਕ੍ਰੋਧ ਵਸੀ ਹੋਏ ਜਿਮ ਅਗ ਕਰਤਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕ੍ਰੋਧ ਦੇ ਵਸੀਕਾਰ ਹੋ ਕੇ ਤੂੰ ਹੁਣ ਪਾਪ ਕਰਦਾ ਆ। ਪਰ ਹੈ ਨਰਕ ਜਮ ਫਾਸੀ ਧਰਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਆਖਿਆ ਜਮਾ ਦੀ ਫਾਹੀ ਤੇਰੇ ਗਲ ਵਿੱਚ ਪੈ ਜਾਏਗੀ ਉਹ ਚੰਦੂ ਪਾਪੀਆ, ਤੇ ਨਰਕਾਂ ਦੇ ਵਿੱਚ ਗੋਤੇ ਖਾਣੇ ਪੈ ਜਾਣਗੇ। ਚਾਕਰ ਸੋ ਦੇਗ ਉਵਾਰੀ। ਉਸ ਵੇਲੇ ਆਪਣੇ ਨੌਕਰ ਨੂੰ ਆਖਿਆ ਕਿ ਹੁਣ ਇਹਨੂੰ ਉਬਾਲਣਾ ਕਰੋ ਪਾਣੀ ਨੂੰ। At that time Chandu tells one of his servants to make sure the water is boiling। ਹਾਂਜੀ, ਬਕਰੋ ਦਿਲੋ ਤਸੀ ਮਹਿ ਡਾਰੀ। ਕਹਿੰਦੇ ਫੜ ਲੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਸਿਪਾਹੀ ਵੱਧਦੇ ਆ। Chandu gives the order, grab the Guru, grab hold of him and throw him into the water, throw him into the boiling water। ਉਬਲਦੀ ਦੇਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਪਕੜ ਕੇ ਤੇ ਆਪਣੇ ਨੌਕਰਾਂ ਨੂੰ ਕਹਿ ਰਿਹਾ ਕਿ ਇੱਕ ਵਾਰ ਉਬਲਦੀ ਦੇਗ ਦੇ ਵਿੱਚ ਬਿਠਾ ਲਓ ਗੁਰੂ ਸਾਹਿਬ ਨੂੰ। ਤਬ ਸਤਿਗੁਰ ਉੱਠ ਆਪੇ ਗਏ। ਸੱਚੇ ਪਾਤਸ਼ਾਹ ਜੀ ਕਹਿੰਦੇ ਖਬਰਦਾਰ ਚੰਦੂ ਪਾਪੀਆ, ਸਾਨੂੰ ਕੋਈ ਹੱਥ ਨਾ ਲਾਵੇ, ਅਸੀਂ ਆਪਣੇ ਆਪ ਉੱਠ ਕੇ ਤੇ ਇਸ ਉਬਲਦੀ ਦੇਗ ਵਿੱਚ ਚੌਂਕੜਾ ਮਾਰਾਂਗੇ। ਗੁਰੂ ਅਰਜਨ ਦੇਵ ਜੀ ਮਹਾਰਾਜ puts their hands up, let no one touch me, I will go myself and sit in the boiling hot water। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਉੱਠ ਕੇ ਖੜੇ ਹੋ ਜਾਂਦੇ ਹਨ। ਤਬ ਤਨੀਰ ਮਹਿ ਬੈਠਤ ਭਏ। ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਧਦੇ ਜਾਂਦੇ ਨੇ। ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ, ਜ਼ਬਾਨ ਕੰਬਦੀ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ, ਧੰਨ ਸਤਿਗੁਰੂ, ਧੰਨ ਸਤਿਗੁਰੂ, ਧੰਨ ਸਤਿਗੁਰੂ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਤ ਪਇਓ, ਤਤ ਸਿਉ ਤਤ ਮਿਲਾਇਓ, ਅੰਗਤ ਕਿਰਪਾ ਧਾਰ ਅਮਰ ਸਤਿਗੁਰ ਥਿਰਕੀਓ। ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ, ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋਂ ਨੈਣ। ਹੁਣ ਆਪਣੀਆਂ ਅੱਖਾਂ ਨਾਲ ਤੱਕੋ ਸਾਧ ਸੰਗਤ ਜੀ, ਦੀਨ ਦੁਨੀਆ ਦੇ ਕਰਨ ਕਰਾਉਣ ਵਾਲੇ, ਦੀਨ ਦੁਨੀ ਦਾ ਪਾਤਸ਼ਾਹ, ਸ਼ਾਂਤੀ ਦੇ ਪੁੰਜ, ਬਾਣੀ ਕੇ ਬੋਹਿਤ ਧੰਨ ਗੁਰੂ ਅਰਜਨ ਦੇਵ ਜੀ ਚੌਂਕੜਾ ਮਾਰ ਰਹੇ ਨੇ ਉਬਲਦੀ ਦੇਗ ਵਿੱਚ। ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਉਬਲਦੀ ਦੇਗ ਦੇ ਵਿੱਚ ਬਿਰਾਜ ਗਏ ਨੇ। ਮਹਾਰਾਜ ਸੱਚੇ ਪਾਤਸ਼ਾਹ ਇਸ ਨਾਲ ਸਿਰੇ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ
is now sitting in boiling hot water. चारे पासे अग दीयां लाटां उठदियां पईयां ने। सच्चे पातशाह जी दे कोमल शरीर नूं चारों पासे गुरु के प्यारो ये अग जिहड़ी है ये अपना कर्म कर रही है। सच्चे पातशाह जी महाराज दे शरीर नूं तपाउंदे ने पापी। हाहाकार हेर सिख करै। सारे पासे जदों सिख पंजां ने देखिया बाबा बिरी चंद जी, भाई पिराणा जी, भाई पैड़ा जी वो रो उठे, हाहाकार उठे कर उठे, कुछ कर नहीं सी सकते। रस्सियां बन्नियां हुई सी, पापियां ने उठण की कोशिश करते आ पर उठिया नहीं जाता है। उस वेले हाहाकार पै गई है। The 5 Sikhs who are with Guru Arjan Dev Ji are shouting out but they cannot do anything. They are all tied up. उस वेले सिखां दा सीना जिहड़ा वो पाट उठिया है। उठियो पिराणा शक्त न जरै। भाई पिराणा जी ने रस्सियां जिहड़ियां खोल के वगा के मारियां। भाई पिराणा जी वो अनंद सिख ने धन गुरु अर्जन देव जी महाराज दे जिहड़े गुरु हरगोबिंद साहब महाराज दे वेले जंगा युद्धां विच भी लड़दे रहे हैं। ग्वालियर के किले विच भी भाई पिराणा जिहड़ा है धन गुरु हरगोबिंद साहब जी दे नाल रहा है। भाई पिराणे ने रस्सियां जिहड़ियां खोल दित्तियां, एकदम उठ खड़िया। भाई पिराणा ब्रेक्स ओपन द रोप्स, गेट्स अप। शक्ति जिहड़ी अंदर नाम जप के प्रभ कै सिमरन रिद्ध सिद्ध नौ नित, प्रभ कै सिमरन ज्ञान ध्यान तत बुद्ध। अंदर जिहड़ियां ये शक्तियां ओ शक्तियां नूं लैके इन्हें रस्सियां नूं भन के रख दिता, तोड़ के रख दिता। भाई पिराणा जी breaks the ropes when he sees Guru Arjan Dev Ji sitting in the boiling hot water। हाँ जी गुरदिश चलियो के लियो उबारी। सच्चे पातशाह जी वालू चलदा है भाई पिराणा कि मैं धन गुरु अर्जन देव जी महाराज नूं इस उबलदी हुई देग विचों कढ लेना है। सच्चे पातशाह जी महाराज दे कष्ट दे के सहारिया नहीं जाता है। भाई पिराणा जी says I will now try my best efforts to get Guru Arjan Dev Ji out of the boiling hot water। हाँ जी हतों दोस्त चंदू दुरचारी। ते उस वेले भाई पिराणा जी ने यह सोचा कि चंदू पापी नूं मैं मार के रख देंगा, अज चंदू नूं नहीं छड्डना। भाई पिराणा जी says now I will kill Chandu with my own hands। हाँ जी तबह सिपाही गए कर सोटा। उस वेले सिपाही जिहड़े उन्होंने हाथ दे विच सलोतर फड़े होया, सोटे फड़े होया, उन्हां सोटियां नूं लैके डांगां नूं लैके ਉਹ ਸਿਪਾਹੀ ਜਿਹੜੇ ਭੱਜ ਕੇ ਆ ਜਾਂਦੇ ਹਨ। ਦੋਏ ਤਰੇ ਹਤੇ ਜਾਤ ਨਾ ਹੋਟਾ। 2-3 ਵਾਰੀ ਉਹਨਾਂ ਨੇ ਮਾਰਿਆ ਭਾਈ ਪਿਰਾਣਾ ਜੀ ਦੇ, ਪਰ ਭਾਈ ਪਿਰਾਣਾ ਜੀ ਰੁਕਦੇ ਨਹੀਂ। ਉਹ 2-3 ਵਾਰੀ ਮਾਰਦੇ ਜਾ ਰਿਹਾ। ਭਾਈ ਪਿਰਾਣਾ ਜੀ ਫਿਰ ਵੀ ਅਗਾਂਹ ਨੂੰ ਵੱਧਦੇ ਆ। The soldiers they beat ਭਾਈ ਪਿਰਾਣਾ ਜੀ with sticks, but ਭਾਈ ਪਿਰਾਣਾ ਜੀ even then doesn't come back। ਹਾਂਜੀ ਸਤਿਗੁਰ ਕਹਿਓ ਨਾ ਆਵੋ ਤੀਰ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਹੱਥ ਉਤਾਂ ਕੀਤਾ, ਕਹਿੰਦੇ ਪਿਰਾਣਿਆ ਸਾਡੇ ਕੋਲ ਨਾ ਹੁਣ ਆਵੀਂ। Do not come close to me। ਗੁਰੂ ਅਰਜਨ ਦੇਵ ਜੀ says stay where you are। ਤੁਸੀਂ ਖੜ ਕੇ ਦੇਖੋ ਪਰਮੇਸ਼ਰ ਦੇ ਭਾਣੇ ਨੂੰ ਕਿਵੇਂ ਮੰਨਿਆ ਜਾਂਦਾ ਹੈ। ਰਹੇ ਦੁਸ਼ਟ ਜਨ ਖਾਰੇ ਮੀਰ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਇਹ ਮੁਗਲ ਰਾਜ ਦੀਆਂ ਜੜ੍ਹਾਂ ਦੇ ਵਿੱਚ ਖਾਰਾ ਪਾਣੀ ਹੈ, ਸਲੂਣਾ ਪਾਣੀ ਪੈ ਰਿਹਾ ਆ। ਇਹਨਾਂ ਦੀਆਂ ਜੜ੍ਹਾਂ ਨੂੰ ਪਾੜ ਕੇ ਰੱਖ ਦੇਣਾ, ਉਖਾੜ ਕੇ ਰੱਖ ਦੇਣਾ ਹੈ। ਹਮ ਤੋ ਤਜਹਿ ਆਪਣੇ ਪ੍ਰਾਣ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪ੍ਰਾਣਿਆ ਅਸੀਂ ਤਾਂ ਆਪਣੇ ਆਪ ਨੂੰ ਕੁਰਬਾਨ ਕਰਨ ਵਾਸਤੇ ਆਏ ਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ says I have come here to sacrifice myself। ਹਾਂਜੀ ਇਹੋ ਸਾਸਨਾ ਤੁਮ ਕੀਓ ਆਣ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਪਿਰਾਣਾ ਜੀ ਤੁਸੀਂ ਕਿਉਂ ਦੁੱਖ ਝੱਲਦੇ ਹੋ? ਅਸੀਂ ਆਏ ਇਸ ਲਾਹੌਰ ਦੀ ਧਰਤੀ ਤੇ ਸ਼ਹੀਦਾਂ ਦੇ ਸਰਤਾਜ ਬਣਨ ਵਾਸਤੇ। ਅਸੀਂ ਆਏ ਹਾਂ ਇੱਥੇ ਸਿੱਖੀ ਦੇ ਮਹਿਲ ਵਾਸਤੇ, ਆਪਣਾ ਖੂਨ ਡੋਲਣ ਵਾਸਤੇ। ਮੈਂ ਬੇਨਤੀ ਕਰਾਂ, ਕਈ ਵਾਰੀ ਕਥਾ 'ਚ ਮੈਂ ਇਹ ਗੱਲ ਆਖੀ ਹੈ, ਗੁਰ ਅਰਜਨ ਸੱਚ ਸਿਰਜਣਹਾਰਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹਰਮੰਦਰ ਸਾਹਿਬ ਸਜਾਇਆ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਬਾਣੀ ਦੇ ਬੋਹਿਤ ਤਿਆਰ ਕੀਤੇ ਤੇ ਤੱਤੀ ਤਵੀ ਉੱਤੇ ਬੈਠ ਕੇ ਸ਼ਹੀਦੀ ਦਾ ਮਹਿਲ ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣਾ ਖੂਨ ਵਾਰ ਕੇ, ਆਪਣਾ ਸਰੀਰ ਵਾਰ ਕੇ ਤੇ ਸਜਾਇਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਅਸੀਂ ਸ਼ਹਾਦਤ ਪਾਉਣ ਵਾਸਤੇ ਲਾਹੌਰ ਆਏ ਹਾਂ। ਹਰਿਓ ਦੂਰ ਕਰ ਜੋਰ ਪ੍ਰਾਣਾ। ਉਸ ਵੇਲੇ ਭਾਈ ਪਿਰਾਣਾ ਜੀ ਜਿਹੜੇ ਆ ਉਹ ਦੂਰ ਖੜੇ ਹੋ ਜਾਂਦੇ ਹਨ, ਦੋ ਹੱਥ ਜੋੜ ਕੇ। ਭਾਈ ਪਿਰਾਣਾ ਜੀ ਇਜ਼ ਵਾਚਿੰਗ ਗੁਰੂ ਅਰਜਨ ਦੇਵ ਜੀ ਮਹਾਰਾਜ with both his hands folded together। ਹਾਂਜੀ ਸ਼ਬਦ ਦਿਖਾਵਣ ਹੇਤ ਵਿਖਾਣਾ। ਉਸ ਵੇਲੇ ਭਾਈ ਪਿਰਾਣਾ ਜੀ ਨੇ ਆਖਿਆ हे ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮੈਨੂੰ ਇੱਕ ਵਾਰੀ ਹੁਕਮ ਕਰ ਦਿਓ
ਤੁਹਾਡੀ ਸ਼ਕਤੀ ਜਿਹੜੀ ਆ ਨਾਮ ਸਿਮਰਨ ਦੀ, ਉਸ ਸ਼ਕਤੀ ਨੂੰ ਮੈਂ ਵਿਖਾ ਦਿਆਂਗਾ। ਪ੍ਰਭ ਜੀ ਰਹਿਓ ਜਾਏ ਨਹਿ ਮੋਤੇ। ਪ੍ਰਭ ਜੀ ਮੇਰੇ ਕੋਲ ਰਿਹਾ ਨਹੀਂ ਜਾਂਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, he says, Maharaj, I cannot take it that they are burning you in this boiling hot water। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮੇਰੇ ਕੋਲ ਸਹਾਰਿਆ ਨਹੀਂ ਜਾਂਦਾ। ਰਾਵਰ ਕੋ ਇਹ ਤਿਕ ਦੁਖ ਹੋਤੇ। ਆਪ ਜੀ ਨੂੰ ਇਤਨੇ ਦੁੱਖ ਹੋ ਰਿਹਾ, ਮੇਰੇ ਕੋਲੋਂ ਝੱਲਿਆ ਨਹੀਂ ਜਾਂਦਾ। ਦਿੱਲੀ ਲਾਹੌਰ ਨਗਰ ਵਿਸਾਲੇ। ਜਿੰਨਾ ਵੀ ਇਹ ਲਾਹੌਰ ਤੇ ਦਿੱਲੀ ਹੈ, ਦੋਵੇਂ ਨਗਰ ਜਿਹੜੇ ਆ, ਅਬ ਲੇਵੋ ਨਿਜ ਹਾਥ ਉਠਾ ਲੇ। ਭਾਈ ਪਿਰਾਣਾ ਜੀ ਕਹਿੰਦੇ ਨੇ, ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੁਸੀਂ ਮੈਨੂੰ ਇੰਨੀ ਸ਼ਕਤੀ ਬਖਸ਼ੀ ਆ ਨਾ ਨਾਮ ਸਿਮਰਨ ਦੀ, ਲਾਹੌਰ ਤੇ ਦਿੱਲੀ ਨੂੰ ਮੈਂ ਆਪਣੇ ਹੱਥ ਦੀ ਹਥੇਲੀ ਉੱਤੇ ਰੱਖ ਦਿਆਂ। ਇਹ ਸ਼ਕਤੀ ਹੈ, ਇਸ ਤੋਂ ਮੁਨਕਰ ਨਾ ਹੋਈਏ। ਅਸੀਂ ਆਪ ਨਾਮ ਜਪਦੇ ਨਹੀਂ, ਤਾਂ ਕਰਕੇ ਸਾਨੂੰ ਇਹ ਗੱਲਾਂ ਜਿਹੜੀਆਂ ਅੱਥ ਕਥਨੀ ਜਾਪਦੀਆਂ ਨੇ। ਭਾਈ ਪੁਰਾਣਾ ਜੀ ਕਹਿੰਦੇ ਤੁਸੀਂ ਆਪ ਹੀ ਲਿਖਿਆ ਨਾ, ਪ੍ਰਭ ਕਹੇ ਸਿਮਰਨ ਰਿੱਧ ਸਿੱਧ ਨੌ ਨਿਧ। ਭਾਈ ਪੁਰਾਣਾ ਜੀ says, with through doing ਸਿਮਰਨ I have so much power that I could pick up both of the cities of Lahore and Delhi on my left hand। ਮੈਂ ਆਪਣੇ ਹੱਥ ਦੀ ਹਥੇਲੀ ਉੱਤੇ ਇਹਨਾਂ ਦੋਵਾਂ ਵੱਡਿਆਂ ਸ਼ਹਿਰਾਂ ਨੂੰ ਟਿਕਾ ਸਕਦਾ ਹਾਂ। ਦੋਹਣ ਭਰਾਵੋਂ ਜਿਉਂ ਕਰ ਤਾਰੀ। ਜਿਵੇਂ ਤਾੜੀ ਮਾਰ ਕੇ ਤੇ ਗੁਰੂ ਕੇ ਪਿਆਰਿਓ ਜਿਹੜੀ ਵਿਚਕਾਰ ਚੀਜ਼ ਹੁੰਦੀ ਆ ਮਥੜੀ ਜਾਂਦੀ ਆ, ਇਵੇਂ ਲਾਹੌਰ ਤੇ ਦਿੱਲੀ ਨੂੰ ਮੈਂ ਮਥੜ ਕੇ ਰੱਖ ਦਵਾਂਗਾ। ਦੇਵ ਨਾਸ ਕਰ ਲਗੇ ਨਾ ਬਾਰੀ। ਇੱਕ ਮਿੰਟ ਵੀ ਨਹੀਂ ਲੱਗਣਾ ਹੈ, ਇਹਨਾਂ ਦੋਵਾਂ ਨੂੰ ਉਜਾੜ ਕੇ ਰੱਖ ਦਿਆਂਗਾ। ਕਿਉਂ ਇਤਨੇ ਦੁੱਖ ਸਹੋ ਗਸਾਈ। ਕਿਉਂ ਸੱਚੇ ਪਾਤਸ਼ਾਹ ਜੀ ਮੇਰੇ ਦਿਲ ਦੇ ਮਹਿਰਮ ਧੰਨ ਗੁਰੂ ਅਰਜਨ ਦੇਵ ਜੀ, ਕਿਉਂ ਇਤਨੇ ਦੁੱਖ ਆਪ ਜੀ ਸਹਿ ਰਹੇ ਹੋ ਗੁਸਾਈਆਂ ਜੀ। ਦੇਵ ਸ਼ਾਰਤ ਮੁਖ ਕਹੋ ਨਾ ਕਾਈ। ਇੱਕ ਵਾਰੀ ਇਸ਼ਾਰਾ ਕਹਿ ਦਿਓ, ਆਪਣੇ ਮੁਖਾਰ ਬਿੰਦ ਵਿੱਚੋਂ ਬਚਨ ਨਾ ਕਰੋ, ਬਸ ਇੱਕ ਇਸ਼ਾਰਾ ਕਰ ਦਿਓ, ਮੈਂ ਆਪਣੀ ਸ਼ਕਤੀ ਦੇ ਨਾਲ ਨਾਸ ਕਰਕੇ ਰੱਖ ਦਿਆਂਗਾ ਇਹਨਾਂ ਦਾ। ਸੁਣ ਸਤਿਗੁਰ ਕਹਿ ਕੇ ਤੇ ਪਾਈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਇਹ ਸ਼ਕਤੀ ਕਿੱਥੋਂ ਮਿਲੀ ਹੈ। ਭਾਈ ਪੁਰਾਣਾ ਜੀ ਕਹਿ ਰਹੇ ਨੇ ਮੈਂ ਸ਼ਕਤੀ ਵਰਤਨੀ ਆ। ਮਹਾਰਾਜ ਕਹਿੰਦੇ ਸ਼ਕਤੀ ਮਿਲੀ ਕਿੱਥੋਂ ਹੈ। ਜੇ ਚਾਹਤ ਅਬ ਸ਼ਕਤ ਦਿਖਾਈ। ਜੇ ਚਾਹੁੰਦੇ ਸੀ ਤੇ ਅਸੀਂ ਨਹੀਂ ਸ਼ਕਤੀ ਵਿਖਾ ਸਕਦੇ ਸੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਇੱਕ ਸਮੁੰਦਰ ਵਿੱਚੋਂ ਕੇਵਲ ਇੱਕ ਚੁਣੀ ਭਰੀ ਹੈ। ਉਹ ਸਮੁੰਦਰ ਜਿਹੜਾ ਸਾਹਮਣੇ ਠਾਠਾਂ ਪਿਆ ਮਾਰਦਾ, ਉਹ ਸਿੱਖਾ ਸ਼ਕਤੀ ਨੂੰ ਜਰ ਕੇ ਰੱਖਣਾ ਪੈਂਦਾ ਹੈ। ਪਰਮੇਸ਼ਰ ਦੇ ਭਾਣੇ ਨੂੰ ਸਤ ਕਰਕੇ ਮੰਨਣਾ ਹੈ। ਸੁਨੋ ਗੁਰੂ ਕਰ ਸੇਵ ਤੁਮਾਰੀ। ਉਸ ਵੇਲੇ ਭਾਈ ਪੁਰਾਣਾ ਜੀ ਨੇ ਆਖਿਆ ਮਹਾਰਾਜ ਤੁਹਾਡੀ ਸੇਵਾ ਕਰਕੇ ਸਿਮਰਨ ਕਰਕੇ ਸ਼ਕਤੀ ਪ੍ਰਗਟ ਹੋਈ ਹੈ। ਕਿਰਪਾ ਤੇ ਪਰਾਕਰਮ ਭਾਰੀ। ਆਪ ਜੀ ਦੀ ਕਿਰਪਾ ਸਦਕਾ ਬਹੁਤ ਜ਼ਿਆਦਾ ਪ੍ਰਤਾਪ ਵਧਿਆ ਹੈ। ਚੰਦੂ ਦੁਸ਼ਟ ਮੂੜ ਕਿਆ ਹੈ। ਚੰਦੂ ਮੂਰਖ ਸਾਡੇ ਸਾਹਮਣੇ ਕੀ ਹੈ। ਨਾਸੋ ਤੁਰਕ ਨਾਮ ਨਹਿ ਰਹਿ। ਮੈਂ ਤਾਂ ਮੁਗਲ ਰਾਜ ਦੀਆਂ ਜੜਾਂ ਪੱਟ ਕੇ ਰੱਖ ਦਿਆਂਗਾ। ਜਿਨਕੇ ਰਾਜ ਮਹਾ ਅਨਿਆਏ। ਜਿਨ੍ਹਾਂ ਦੇ ਰਾਜ ਦੇ ਵਿੱਚ ਇਤਨਾ ਪਾਪ ਹੁੰਦਾ ਹੈ। ਸਮ ਕੋ ਅਸ ਹੋਤ ਸਜਾਏ। ਤੁਹਾਡੇ ਵਰਗੇ ਮਹਾਂਪੁਰਖਾਂ ਨੂੰ ਸਤਿਪੁਰਖਾਂ ਨੂੰ ਇਸ ਤਰ੍ਹਾਂ ਤਸੀਹੇ ਦਿੰਦੇ ਹਨ। ਗੁਰੂ ਕਹਿਓ ਜਿਨ ਕੀ ਕਰ ਸੇਵਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿਹਦੀ ਸੇਵਾ ਕਰਕੇ ਮਿਲਿਆ ਹੈ। ਲਈ ਸ਼ਕਤ ਧਾਰਤ ਅਹੰ ਮੇਵਾ। ਤੇ ਇਸ ਸ਼ਕਤੀ ਨੂੰ ਲੈ ਕੇ ਹੁਣ ਹੰਕਾਰ ਨਾ ਕਰ ਪਾਈ ਪਿਰਾਣਿਆ। ਇਨ ਮਹੋ ਸ਼ਕਤ ਐ ਕਿ ਨਾਹੀ। ਤੂੰ ਕੀ ਸਮਝਦਾ ਜਿਨ੍ਹਾਂ ਕੋਲੋਂ ਇਹ ਸ਼ਕਤੀ ਲਈ ਆ ਉਹਦੇ ਵਿੱਚ ਕੋਈ ਸ਼ਕਤੀ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸਿੱਖਾ ਜਿਹਦੇ ਕੋਲੋਂ ਸ਼ਕਤੀਆਂ ਮਿਲੀਆਂ ਨੇ ਕੀ ਸਮਕੀ ਤੇਰੀ ਸਮਝ ਵਿੱਚ ਉਹਨਾਂ ਕੋਲ ਕੋਈ ਸ਼ਕਤੀ ਹੈ ਨਹੀਂ। ਕਿਮ ਜਾਣਤ ਆਪਣੇ ਮਨ ਮਾਹੀ। ਕੀ ਸੋਚਦਾ ਹੈ ਆਪਣੇ ਮਨ ਦੇ ਵਿੱਚ। ਜੇ ਜਾਣਤ ਤੂਸ਼ਨ ਕਰ ਰਹੋ। ਜੇ ਤੂੰ ਇਹ ਸਮਝਦਾ ਆ ਕਿ ਮੇਰਾ ਸਤਿਗੁਰੂ ਜਿਹੜਾ ਆ ਉਹ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕੋ ਦਾਤਾਰੇ। ਜੇ ਆਪਣੇ ਗੁਰੂ ਨੂੰ ਰੱਬ ਵਾਂਗੂ ਸਮਝਦਾ ਤੇ ਮੈਂ ਬੇਨਤੀ ਕਰਾਂ ਜਦੋਂ ਤੱਕ ਬੰਦਾ ਗੁਰੂ ਵਿੱਚ ਰੱਬ ਦੇ ਦੀਦਾਰ ਨਹੀਂ ਕਰਦਾ ਉਦੋਂ ਕਿਤੇ ਤੱਕ ਉਹਦੇ ਦਰਸ਼ਨ ਨਹੀਂ ਹੋ ਸਕਦੇ। ਸਭ ਤੋਂ ਪਹਿਲਾਂ ਗੁਰੂ ਦੇ ਵਿੱਚ ਰੱਬ ਦੇ ਦਰਸ਼ਨ ਕਰਨੇ ਆ, ਉਸ ਤੋਂ ਬਾਅਦ ਸੰਸਾਰ ਵਿੱਚ ਹੋਣਗੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕੀ ਤੂੰ ਕੀ ਸਮਝਦਾ ਜਿਸ ਸਮੁੰਦਰ ਵਿੱਚੋਂ ਇੱਕ ਚੁੜੀ ਲਈ ਆ ਕਿ ਉਹਨਾਂ ਵਿੱਚ ਕੋਈ ਸ਼ਕਤੀ ਨਹੀਂ। ਜੇ ਸਾਡੀ ਸ਼ਕਤੀ ਨੂੰ ਤੂੰ ਮੰਨਦਾ ਆ ਤੇ ਭਾਈ ਪੁਰਾਣਿਆ ਹੁਣ ਚੁੱਪ ਕਰਕੇ ਸਾਨੂੰ ਇਹ ਤਸੀਹੇ ਚੱਲਦੇ ਹੋਇਆ ਵੇਖ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ says ਭਾਈ ਪੁਰਾਣਾ be quiet and watch।
as I accept the will of God, ਹਾਂਜੀ ਬੈਠੇ ਵੇਖੋ ਨਹੀਂ ਕਛ ਕਹੋ। ਹੁਣ ਸਾਨੂੰ ਵੇਖ ਇਸ ਦੇਗ ਦੇ ਵਿੱਚ ਉਬਾਲੇ ਖਾਂਦੇ ਆਪਣੀ ਜ਼ੁਬਾਨ ਤੋਂ ਕੁਝ ਆਖੋ ਨਾ। ਹਮਨੇ ਇਮ ਹੀ ਕਾਰਨ ਕਰਨਾ, ਅਸੀਂ ਤਾਂ ਇਸ ਤਰ੍ਹਾਂ ਹੀ ਜੋਤੀ ਜੋਤ ਸਮਾਉਣਾ ਹੈ। ਤੂੰ ਨਹਿ ਲਖੈ ਏਵ ਆਚਰਨਾ, ਤੈਨੂੰ ਸ਼ਾਇਦ ਪਤਾ ਨਹੀਂ ਲੱਗਦਾ ਕਿ ਇਸ ਤਰ੍ਹਾਂ ਅਸੀਂ ਪਰਮੇਸ਼ਰ ਦਾ ਹੁਕਮ ਮੰਨਦੇ ਆਪਣਾ ਸਰੀਰ ਤਿਆਗਣਾ ਹੈ। ਪਰਮ ਬਿਸੂਰਤ ਤੂਸ਼ਨ ਹੋਵਾ, ਉਸ ਵੇਲੇ ਭਾਈ ਪ੍ਰਾਣਾ ਜੀ ਦੇ ਨੇਤਰ ਨੀਵੇਂ ਹੋ ਗਏ, ਇੱਕਦਮ ਚੁੱਪ ਕਰ ਗਏ ਨੇ ਭਾਈ ਪ੍ਰਾਣਾ ਜੀ। ਨੀਚ ਗਰੀਬ ਕਰ ਊਚ ਨਾ ਜੋਵਾ, ਨੇਤਰ ਨੀਵੇਂ ਹੋ ਗਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲ ਉੱਭਰਦੀ ਹੋਈ ਦੇਗ ਵਿੱਚ ਬੈਠਿਆਂ ਤੱਕ ਨਹੀਂ ਸਕਦਾ। ਸਿੱਖ ਦੇ ਨੇਤਰ ਨੀਵੇਂ ਹੋ ਗਏ ਹਨ। ਸਤਿਗੁਰ ਬੈਠੇ ਦੇਗ ਮੁਝਾਰੀ, ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉੱਭਰਦੀ ਹੋਈ ਦੇਗ ਵਿੱਚ ਉਬਾਲੇ ਖਾਂਦੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਸੀਸ ਉੱਤੇ ਕਦੇ ਛਤਰ ਝੁਲਦੇ ਸੀ ਹਰਿਮੰਦਰ ਸਾਹਿਬ ਅੰਦਰ, ਹੁਣ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉੱਭਰਦੀ ਹੋਈ ਦੇਗ ਵਿੱਚ ਚੌਂਕੜਾ ਮਾਰਿਆ ਹੋਇਆ ਹੈ। ਅਰੇ ਦੁਸ਼ਟ ਬਹੁ ਸਮਦਾ ਜਾਰੀ, ਤੇ ਪਿਆਰਿਓ ਦੁਸ਼ਟ ਪਾਪੀ ਜਿਹੜੇ ਆ ਉਹ ਹੋਰ ਥੱਲਿਓਂ ਅੱਗ ਨੂੰ ਹੋਰ ਗਰਮ ਕਰਦੇ ਆ, ਹੋਰ ਗਰਮ ਕਰਦੇ ਆ। they are putting more firewood under ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ as they are sitting, imagine in your mind's eye how fifth Satguru ji is sitting cross-legged, closed eyes, boiling hot water is all around them। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿ ਰਹੇ ਨੇ, ਭਾਈ ਪ੍ਰਾਣਿਆ, ਜਿਹੜੀਆਂ ਤੁਕਾਂ ਗੁਰੂ ਰਾਮਦਾਸ ਨੇ ਲਿਖੀਆਂ ਸੀ ਨਾ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਮਹਾਰਾਜ ਕਹਿੰਦੇ ਅੱਜ ਉਹਨਾਂ ਤੁਕਾਂ ਨੂੰ ਅਸੀਂ ਕਮਾ ਰਹੇ ਹਾਂ। ਕਿਹੜੀਆਂ ਤੁਕਾਂ? ਵਿੱਚ ਅਗਨੀ ਆਪ ਜਲਾਈ, 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 ਵਿੱਚ ਅਗਨੀ, ਵਿੱਚ ਅਗਨੀ ਆਪ ਜਲਾਈ, ਵਿੱਚ ਅਗਨੀ ਆਪ ਜਲਾਈ। ਆਓ ਪਿਆਰਿਓ, ਜਿਵੇਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅਸਹਿ ਤੇ ਅਕਹਿ ਇਹ ਤਸੀਹੇ ਸਹਿੰਦੇ ਹੋਏ ਆਖਰਕਾਰ ਸ਼ਹਾਦਾ ਜਾਮ ਪੀ ਜਾਂਦੇ ਨੇ, ਉਹ ਆਪਾਂ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਅਤੀ ਸਤਿਕਾਰਯੋਗ ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਜਿਨ੍ਹਾਂ ਉੱਤੇ ਮਹਾਰਾਜ ਦੀ ਅਪਾਰ ਬਖਸ਼ਿਸ਼ ਹੈ, ਉਹ ਦਰਬਾਰ ਵਿੱਚ ਪਹੁੰਚ ਚੁੱਕੇ ਨੇ। ਆਪ ਜੀਆਂ ਨੇ ਉਹਨਾਂ ਦੇ ਦਰਸ਼ਨ ਕਰਨੇ, ਉਹਨਾਂ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਗੁਰਬਾਣੀ ਦੇ ਕੀਰਤਨ ਨੂੰ ਸਰਵਣ ਕਰਨਾ ਹੈ। ਆਓ ਪਿਆਰੋ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਦਾ ਸ਼ਬਦ ਪੜ੍ਹ ਕੇ ਤੇ ਫਿਰ ਸਮਾਪਤੀ ਕਰਦੇ ਹਾਂ। ਕੱਲ੍ਹ ਨੂੰ ਪਿਆਰਿਓ ਚੰਦੂ ਦੀ ਨੌ, ਉਹ ਸਿੱਖਾਂ ਦੀ ਧੀ ਸੀ, ਰੋਂਦੀ ਹੋਈ ਉਹਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਆਉਣਾ ਆ। ਇਨ ਟਮੋਰੋਜ਼ ਦੀਵਾਨ, ਚੰਦੂ's daughter-in-law, who was the daughter of a Sikh, she is gonna come and see ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਮੈਂ ਕਈ ਵਾਰੀ ਬੇਨਤੀ ਕਰਦਾ, ਆਪਣੇ ਬੱਚਿਆਂ ਨੂੰ ਜ਼ਰੂਰ ਲਿਆਓ। 5-7 ਦਿਨ ਹੋਰ ਨੇ ਜੀ ਤੁਹਾਡੇ ਇੱਥੇ ਫਰੀਮੌਂਟ, ਤੇ ਘਰ ਬੈਠ ਕੇ ਭਾਵੇਂ ਤੁਸੀਂ ਦੇਖਦੇ ਹੋ ਕਿ ਇਹਨਾਂ ਬੱਚਿਆਂ ਦੇ ਕੰਨਾਂ 'ਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਹੀਂ ਆਪਾਂ ਪਾਉਣੀ। ਪਲੀਜ਼ ਮੇਰੀ ਇੱਕ ਬੇਨਤੀ ਆ, ਆਪਣੇ ਬੱਚਿਆਂ ਨੂੰ ਜ਼ਰੂਰ ਲਾਓ। ਇਹੀ ਪੰਥ ਆ, ਇਹ ਸਭ ਤੋਂ ਵੱਡੀ ਸੇਵਾ ਪੰਥ ਦੀ ਆਪਣੇ ਬੱਚਿਆਂ ਨੂੰ ਸਾਂਭਣਾ। ਇਹਦੇ ਵਰਗੀ ਕੋਈ ਸੇਵਾ ਨਹੀਂ ਖਾਲਸਾ ਪੰਥ ਦੀ, ਸਿੱਖ ਪੰਥ ਦੀ। ਤੁਹਾਡੇ ਬੱਚੇ ਜਿਹੜੇ ਆ, ਤੁਹਾਡੇ ਵਿਹੜੇ ਦੀਆਂ ਰੌਣਕਾਂ ਵਾਸਤੇ ਕਲਗੀਆਂ ਵਾਲੇ ਨੇ ਆਪਣਾ ਵਿਹੜਾ ਵਾਰਿਆ ਸੀ, ਮੈਂ ਵਾਰ-ਵਾਰ ਕਹਿੰਦਾ ਹਾਂ। ਇਸ ਕਰਕੇ ਪਲੀਜ਼ ਮੇਰੀ ਇਹੀ ਬੇਨਤੀ ਆ, ਹੱਥ ਜੋੜ ਕੇ ਜਿੱਥੋਂ ਤੱਕ ਮੇਰੀ ਆਵਾਜ਼ ਪਹੁੰਚਦੀ ਆ, ਪਲੀਜ਼ ਮੈਂ ਵਾਰ-ਵਾਰ ਕਹਿੰਦਾ, ਆਪਣੇ ਬੱਚਿਆਂ ਨੂੰ ਜ਼ਰੂਰ ਲਿਆਓ। ਉਹਨਾਂ ਦੇ ਕੰਨਾਂ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਾ ਪ੍ਰਸੰਗ ਪਵੇ। ਮੈਂ 1 ਮਿੰਟ ਵੱਧ ਰਹਿ ਗਿਆ ਹਾਂ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਦਾ ਸ਼ਬਦ ਪੜ੍ਹਦੇ ਹਾਂ ਜੀ। ਸਤਿਗੁਰ ਬੈਠੇ ਦੇਗ ਮਝਾਰੀ, ਤਰੇ ਦੁਸ਼ਟ ਬਹੁ ਸਮਦਾ ਜਾਰੀ। हे गोविंद हे गोपाल हे दयाल लाल, प्राणनाथ अनाथ सखे दीन दर्द निवार। हे सम्राट अगम पूरन मोहे मैं आतार, अंधकूप
माहा पयान नानक पार उतार आए प्रभ शरणागति कृपा निध दयाल एक अखर हर मन बस्त नानक होत निहाल कथा निता प्रत होत है सुन हो सिंह सुजान नानक गुरु गोविंद सिंह जी सदा करत कल्याण नानक गुरु गोविंद सिंह जी सदा करत कल्याण वाहिगुरु जी का खालसा वाहिगुरु जी की फतेह।